हाँ जी, सत श्री अकाल। मैं ਕੁਲਦੀਪ ਸਿੰਘ ਸਿੱਧੂ। ਉਮੀਦ ਕਰਦੇ ਹਾਂ ਕਿ ਸਾਰੇ ਠੀਕ-ਠਾਕ ਹੋਵੋਗੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕੋਈ ਵੀ ਪੇਪਰ ਆਪਾਂ ਦੇਣ ਜਾਣਾ ਹੋਵੇ, ਉਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਅਸੀਂ ਚਾਹੇ ਜਿੰਨੀ ਮਰਜ਼ੀ ਤਿਆਰੀ ਕਰ ਲਈਏ, ਪਰ ਉਹ ਪੇਪਰ ਦੀ ਤਿਆਰੀ ਅਧੂਰੀ ਹੁੰਦੀ ਹੈ ਜਿੰਨਾ ਚਿਰ ਅਸੀਂ ਪੁਰਾਣੇ ਕੁਐਸਚਨ ਹੈਗੇ ਨੇ, ਜਿਹੜੇ ਪੁਰਾਣੇ ਪੇਪਰ ਹੋਏ ਨੇ, ਉਹ ਪੇਪਰਾਂ ਦੇ ਜਿੰਨਾ ਚਿਰ ਅਸੀਂ ਸੋਲਿਊਸ਼ਨ ਨਾ ਦੇਖ ਕੇ ਜਾਈਏ ਜਾਂ ਉਹਨਾਂ ਨੂੰ ਸੋਲਵ ਨਾ ਕਰਕੇ ਜਾਈਏ, ਤਾਂ ਆਪਣੀ ਪ੍ਰੈਪਰੇਸ਼ਨ ਅਧੂਰੀ ਹੁੰਦੀ ਹੈ। ਸਾਨੂੰ ਕੌਨਫੀਡੈਂਸ ਵੀ ਨਹੀਂ ਆਉਂਦਾ ਵੀ ਕਿਸ ਤਰ੍ਹਾਂ ਦਾ ਲੈਵਲ ਸਾਡਾ ਮਤਲਬ ਆਊਗਾ। ਤੇ ਆਪਾਂ ਪਹਿਲਾਂ ਵੀ ਇੱਕ ਵਾਰੀ ਸੋਲਵ ਕਰ ਲੈਂਦੇ ਹੁੰਦੇ ਹਾਂ, ਜਦੋਂ ਆਪਾਂ ਪ੍ਰੈਪਰੇਸ਼ਨ ਸਟਾਰਟ ਕਰਦੇ ਹਾਂ ਉਦੋਂ ਆਪਾਂ ਉਹ ਕੁਐਸਚਨਾਂ ਨੂੰ ਦੇਖ ਲੈਂਦੇ ਹਾਂ, ਹਨਾ। ਪਰ ਨੇੜੇ ਜਾ ਕੇ ਜ਼ਰੂਰ ਉਹ ਕੁਐਸਚਨਾਂ ਨੂੰ ਦੁਬਾਰੇ ਸਾਨੂੰ ਦੇਖਣਾ ਚਾਹੀਦਾ, ਕਿਉਂਕਿ ਇੱਕ ਤਾਂ ਪਹਿਲਾਂ ਜਦੋਂ ਅਸੀਂ ਪਹਿਲਾਂ ਕਰਦੇ ਹੁੰਦੇ ਹਾਂ ਉਦੋਂ ਸਾਡੀ ਤਿਆਰੀ ਨਹੀਂ ਹੁੰਦੀ ਵਧੀਆ, ਅਸੀਂ ਵੈਸੇ ਹੀ ਕੁਐਸਚਨ ਦੇਖ ਲੈਂਦੇ ਹਾਂ। ਹੁਣ ਜਿਹੜੀ ਪ੍ਰੈਪਰੇਸ਼ਨ ਅਸੀਂ ਕੀਤੀ ਹੈ, ਮਿਹਨਤ ਕੀਤੀ ਹੈ, ਉਸ ਨੂੰ ਆਪਾਂ ਇਵੈਲੂਏਟ ਕਰਨਾ ਹੁੰਦਾ ਹੈ। ਸੋ ਉਸੇ ਲੜੀ ਦੇ ਵਿੱਚ ਹੀ ਲਗਾਤਾਰ ਆਪਾਂ ਮੇਨ ਜਿਹੜਾ ਹੈ ਆਪਾਂ ਪੁਰਾਣੇ ਕੁਐਸਚਨ ਹੀ ਦੇਖਦੇ ਹਾਂ, ਪੁਰਾਣੇ ਕੁਐਸਚਨ ਦੇ ਵਿੱਚ ਹੀ ਆਪਾਂ ਥਿਊਰੀ ਕਵਰ ਕਰਦੇ ਹੁੰਦੇ ਹਾਂ ਨਾਲ, ਹਨਾ। ਸੋ ਆਪਾਂ ਦੇਖਿਆ ਸੀਗਾ ਪਹਿਲਾਂ ਜਿਵੇਂ ਪਟਵਾਰੀ ਦਾ ਪੇਪਰ ਹੋਇਆ ਸੀ, ਚਲੋ ਬਹੁਤ ਜ਼ਿਆਦਾ ਈਜ਼ੀ ਸੀਗਾ। ਉਮੀਦ ਕਰਦੇ ਹਾਂ ਵੀ ਇਹ ਪੇਪਰ ਵੀ ਜਿਹੜਾ ਐਕਸਾਈਜ਼ ਦਾ ਜਿਹੜਾ ਪੇਪਰ ਆ ਰਿਹਾ ਨਾ, ਉਹਦੇ ਆਪਾਂ ਕੁਐਸਚਨ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ। ਸੋ ਇਹ ਪੇਪਰ ਵੀ ਆਪਣਾ ਠੀਕ ਹੋਵੇ। ਹੁਣ ਆਪਾਂ ਇਹ ਤਾਂ ਨਹੀਂ ਕਵਾਂਗੇ ਵੀ ਲੈਵਲ ਇਹਦਾ ਬਹੁਤ ਜ਼ਿਆਦਾ ਹਾਈ ਹੋਵੇ, ਹਨਾ। ਔਖਾ ਲੈਵਲ ਹੋਵੇ ਫਿਰ ਵੀ ਥੋੜਾ ਜਿਹਾ ਔਖਾ ਹੋ ਜਾਂਦਾ, ਪਰ ਪਟਵਾਰੀ ਵਾਲਾ ਚਲੋ ਥੋੜਾ ਜਿਹਾ ਜ਼ਿਆਦਾ ਸੌਖਾ ਸੀ, ਹਨਾ। ਉਹਦੇ ਵਿੱਚ ਇਹ ਲੱਗਿਆ ਵੀ ਜਿਹੜੇ ਬੰਦੇ ਤਿਆਰੀ ਕਰਦੇ ਸੀ ਉਹਨਾਂ ਨੂੰ ਲੱਗਿਆ ਵੀ ਯਾਰ ਜਿਹੜੇ ਬੰਦੇ ਇੱਕ ਹਫ਼ਤਾ ਪੜ੍ਹ ਕੇ ਵੀ ਚਲੇ ਗਏ ਵੀ ਅਸੀਂ ਵੀ ਬਰਾਬਰ ਹੋ ਗਏ ਉਹਨਾਂ ਦੇ, ਹਨਾ। ਸੋ ਚਲੋ ਇਹ ਚੀਜ਼ਾਂ ਹੁੰਦੀਆਂ ਨੇ, ਜ਼ਿੰਦਗੀ ਦਾ ਹਿੱਸਾ ਨੇ, ਚੱਲਦਾ ਹੀ ਰਹਿੰਦਾ, ਹਨਾ। ਕਦੇ ਕਹਿੰਦੇ ਹੁੰਦੇ ਆ ਵੀ ਕਦੇ ਦਿਨ ਕਦੇ ਰਾਤ, ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ, ਹਿੰਮਤ ਨਹੀਂ ਹਾਰਨੀ ਚਾਹੀਦੀ। ਪੇਪਰ ਭਰਦੇ ਜਾਓ, ਤਿਆਰੀ ਕਰਦੇ ਜਾਓ, ਕਿਤੇ ਨਾ ਕਿਤੇ ਤਾਂ ਗੱਲ ਬਣਨੀ ਹੈ, ਹਨਾ। ਸੋ ਆਪਣੀਆਂ ਹਰ ਐਗਜ਼ਾਮ ਤੋਂ ਬਾਅਦ ਆਪਣੀਆਂ ਗਲਤੀਆਂ ਦਾ ਐਨਾਲਿਸਿਸ ਕਰਨਾ ਹੁੰਦਾ ਹੈ ਕਿ ਕਿੱਥੇ ਅਸੀਂ ਸਿੱਲੀ ਮਿਸਟੇਕ ਕਰਿਆ ਏ। ਉਹ ਗਲਤੀਆਂ ਤੋਂ ਸਿੱਖ ਕੇ ਅਸੀਂ ਅੱਗੇ ਜਿਹੜਾ ਹੈ ਅੱਗੇ ਵਧਣਾ ਹੁੰਦਾ, ਤੇ ਹੌਲੀ ਹੌਲੀ 2-4 ਬੰਦੇ ਲੱਗਦੇ 2-4 ਤਾਂ ਨਹੀਂ, ਚਲੋ ਜ਼ਿਆਦਾ ਲੱਗ ਜਾਂਦੇ ਆ, ਮਤਲਬ 200 500 1000 ਬੰਦੇ ਲੱਗਦਾ ਜਾਂਦਾ, ਫਿਰ ਦੂਜਿਆਂ ਦੀ ਵਾਰੀ ਆਉਂਦੀ ਜਾਂਦੀ ਹੈ, ਹਨਾ। ਸੋ ਉਸੇ ਲੜੀ ਦੇ ਵਿੱਚੋਂ ਹੀ ਅੱਜ ਆਪਾਂ ਡਿਸਕਸ ਕਰਾਂਗੇ ਐਕਸਾਈਜ਼ ਇਨਸਪੈਕਟਰ 2021 ਦੇ ਕੁਐਸਚਨ, ਹਨਾ। ਸੋ ਜੇਕਰ ਤੁਸੀਂ ਕੰਪਿਊਟਰ ਦੀਆਂ ਪ੍ਰੈਪਰੇਸ਼ਨ ਚੰਗੀ ਤਰ੍ਹਾਂ ਤੁਸੀਂ ਨਹੀਂ ਕੀਤੀ ਤਾਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦੇ ਵਿੱਚ ਤੁਸੀਂ ਜਾਓਗੇ, ਜਦੋਂ ਹੋਮ ਤੇ ਜਾਣ ਤੋਂ ਬਾਅਦ ਪਲੇਲਿਸਟ ਤੇ ਕਲਿੱਕ ਕਰਿਓ। ਪਲੇਲਿਸਟ ਤੇ ਜਾਣ ਤੋਂ ਬਾਅਦ ਪਹਿਲਾ ਲਿੰਕ ਆਊਗਾ ਫॉर ਐਕਸਾਈਜ਼ ਇਨਸਪੈਕਟਰ ਪ੍ਰੈਪਰੇਸ਼ਨ। ਇਹਦੇ ਵਿੱਚ 4 ਆਪਣੇ ਕੋਲੇ ਪਲੇਲਿਸਟ ਨੇ। ਪਹਿਲਾ ਮੈਰਾਥਨ ਨੇ, ਸਾਰੀਆਂ ਤੁਸੀਂ ਜ਼ਰੂਰ ਦੇਖਣੀਆਂ ਨੇ। ਫਿਰ ਆਪਣੇ ਕੋਲੇ ਗ੍ਰੈਂਡ ਸੀਰੀਜ਼ ਆਲ ਕੰਪੀਟੀਟਿਵ ਐਗਜ਼ਾਮ, ਚੈਪਟਰ ਵਾਈਜ਼ ਆਪਾਂ ਲੈਵਲ ਵਾਈਜ਼ ਆਪਾਂ ਕਰ ਰਹੇ ਹਾਂ। ਸੋ ਲੈਵਲ 1 ਤੇ ਲੈਵਲ 2, ਲੈਵਲ 2 ਦੇ ਹਜੇ ਜ਼ਿਆਦਾ ਲੈਕਚਰ ਨਹੀਂ ਮੈਂ ਪਾਏ, ਆਪਾਂ ਪਾ ਰਹੇ ਹਾਂ ਜਿੰਨੇ ਹੋਏ ਵੇ 18 ਲੈਕਚਰ ਨੇ, ਸਾਰੇ ਇਹ ਦੇਖਣੇ ਨੇ। ਆਫਿਸ ਪ੍ਰੋਡਕਟਿਵਿਟੀ ਟੂਲ, 1 ਜਾਂ 2 ਸਵਾਲ ਪੱਕਾ ਇਹਦੇ ਚ ਹੋਣਗੇ, ਜਿਵੇਂ ਪਟਵਾਰੀ ਦੇ ਵੀ 2 ਸਵਾਲ ਆਏ ਸੀ। ਸੋ ਉਵੇਂ ਹੀ ਐਗਜ਼ਾਮ ਵਾਈਜ਼ ਪ੍ਰੀਵੀਅਸ ਕੁਐਸਚਨ ਜਿਹੜੇ ਪਿੱਛੇ ਪੇਪਰ ਹੋਏ ਨੇ ਉਹਨਾਂ ਦੇ ਵਿੱਚੋਂ ਵੀ ਆਪਾਂ ਨੂੰ ਕੁਐਸਚਨ ਆ ਜਾਂਦੇ ਨੇ, ਹਨਾ। ਸੋ ਸਟਾਰਟ ਕਰਦੇ ਆਪਾਂ ਇਸ ਵੀਡੀਓ ਦੇ ਵਿੱਚ। ਜਿਹੜੇ 2021 ਦੇ ਵਿੱਚ ਸਵਾਲ ਸੀ, ਬਹੁਤ ਇਹ ਵੀ ਕਹਿ ਲਓ ਵੀ ਬੇਸਿਕ ਲੈਵਲ ਦੇ ਸਵਾਲ ਸੀ, ਜ਼ਿਆਦਾ ਔਖੇ ਨਹੀਂ ਸੀ। ਜਿਵੇਂ ਆਹ ਵਾਲਾ ਕੁਐਸਚਨ ਹੈਗਾ, ਪਹਿਲਾਂ ਦੇਖਦੇ ਹਾਂ ਆਪਾਂ। ਡੈਵੋਰਿਕ ਯੂਜ਼ਡ ਵਿਦ ਰੈਫਰੈਂਸ ਟੂ, ਕਹਿੰਦਾ ਡੈਵੋਰਿਕ ਕਿਹਦੇ ਨਾਲ ਯੂਜ਼ ਕੀਤਾ ਜਾਂਦਾ। ਵੈਸੇ ਆਪਾਂ ਚੈਪਟਰ ਵਾਈਜ਼ ਦੇ ਵਿੱਚ ਪ੍ਰਿੰਟਰ ਐਂਡ ਕੀਬੋਰਡ ਵਾਲੇ ਚੈਪਟਰ ਦੇ ਵਿੱਚ ਇਹ ਕੁਐਸਚਨ ਬਾਹਲੇ ਵਾਰੀ ਰਿਪੀਟ ਕਰ ਚੁੱਕੇ ਹਾਂ, ਮੈਰਾਥਨ ਦੇ ਵਿੱਚ ਵੀ ਕੀਤਾ ਹੋਇਆ, ਪਰ ਹੁਣ ਸਪੈਸੀਫਿਕਲੀ ਆਪਾਂ ਪੇਪਰ ਦੇ ਨਾਲ ਕਰ ਰਹੇ ਹਾਂ ਤਾਂ ਤੁਸੀਂ ਇੱਥੇ ਜਾ ਕੇ ਦੇਖ ਸਕਦੇ ਹੋ, ਹਨਾ। ਕੀ ਕਹਿੰਦਾ ਹੈ, ਪ੍ਰਿੰਟਰ ਹੈ, ਮੋਨੀਟਰ ਹੈ, ਮਾਊਸ ਹੈ, ਕੀਬੋਰਡ ਹੈ। ਤਾਂ ਆਨਸਰ ਤਾਂ ਇਹਦਾ ਹੈਗਾ ਕੀਬੋਰਡ, ਹਨਾ। ਤਾਂ ਟਾਈਪਸ ਆਫ ਕੀਬੋਰਡ ਪੜ੍ਹ ਲੈਂਦੇ ਆ। ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਲਾਈਕ ਵੀ ਕਰ ਦਿਆ ਕਰੋ ਵੀਡੀਓ ਨੂੰ, ਕਮੈਂਟ ਕਰਕੇ ਵੀ ਦੱਸਿਆ ਕਰੋ ਵੀ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਕੰਟੈਂਟ। ਜੇਕਰ ਤੁਹਾਡੇ ਕੋਲ ਕੋਈ ਸੁਜੈਸ਼ਨ ਹੈ ਵੀ ਸਾਨੂੰ ਇਸ ਤਰੀਕੇ ਨਾਲ ਕਰਾਇਆ ਜਾਵੇ ਤਾਂ ਆਪਣਾ ਤੁਸੀਂ ਸੁਜੈਸ਼ਨ ਵੀ ਜ਼ਰੂਰ ਦਿਆ ਕਰੋ, ਠੀਕ ਹੈ। ਸੋ ਆਨਸਰ ਡੀ ਹੈ ਕੀਬੋਰਡ। ਆਪਾਂ ਪੜ੍ਹ ਲੈਂਦੇ ਹਾਂ ਟਾਈਪਸ ਆਫ ਕੀਬੋਰਡ ਕਿਹੜੇ ਹੁੰਦੇ ਨੇ। ਕੀਬੋਰਡ ਹੈਗੇ ਨੇ ਜਿਹੜੇ ਬੇਸਿਕਲੀ ਮੇਜਰ 2 ਟਾਈਪਸ ਦੇ ਹੀ ਹੁੰਦੇ ਨੇ, ਬੇਸਿਕ ਤੇ ਐਕਸਟੈਂਡਡ। ਬੇਸਿਕ ਕੀਬੋਰਡ ਦੇ ਵਿੱਚ 104 ਕੀ ਹੁੰਦੀਆਂ ਨੇ, ਇਹ ਅੱਗੇ ਪਿੱਛੇ ਵੀ ਹੋ ਸਕਦੀਆਂ ਨੇ। ਜਿਹੜਾ ਐਕਸਟੈਂਡਡ ਹੈ ਉਹਦੇ ਵਿੱਚ ਨੰਬਰ ਆਫ ਕੀਜ਼ ਜ਼ਿਆਦਾ ਹੋ ਸਕਦੀਆਂ ਨੇ, ਕਿਤੇ ਕਿਤੇ ਤੁਹਾਨੂੰ ਇਹ 102 ਵੀ ਮਿਲਣਗੀਆਂ, ਹਨਾ, ਲਿਖੀਆਂ ਹੋਈਆਂ। ਸੋ ਟਾਈਪਸ ਆਫ ਕੀਬੋਰਡ ਦੇ ਵਿੱਚ ਪਹਿਲਾ ਹੈ QWERTY ਕੀਬੋਰਡ, ਜਾਂ ਇਹਨੂੰ ਟ੍ਰੈਡੀਸ਼ਨਲ ਕੀਬੋਰਡ ਜਾਂ ਸਟੈਂਡਰਡ ਕੀਬੋਰਡ ਵੀ ਕਿਹਾ ਜਾਂਦਾ, ਹਨਾ। ਸੋ ਇਹ ਲਗਭਗ 1970 ਦੇ ਵਿੱਚ ਆਇਆ ਸੀ ਤੇ ਇਸ ਬੰਦੇ ਦੁਆਰਾ ਇਹ ਕੀਬੋਰਡ ਦਿੱਤਾ ਸੀ। ਕਿਉਂ ਕੀਬੋਰਡ ਇਹਨੂੰ QWERTY ਕਹਿੰਦੇ ਨੇ, ਕਿਉਂਕਿ ਪਹਿਲੀ ਜਿਹੜੀ ਲਾਈਨ ਹੈ ਉਹਦੇ ਵਿੱਚ QWERTY ਕੀਬੋਰਡ ਲੈਟਰ ਜਿਹੜੇ ਯੂਜ਼ ਕੀਤੇ ਜਾਂਦੇ ਨੇ, ਤੇ ਇਹ ਕੀਬੋਰਡ ਜ਼ਿਆਦਾ ਯੂਜ਼ ਕੀਤਾ ਜਾਂਦਾ, ਬਹੁਤ ਪੁਰਾਣਾ ਹੈ, ਹਨਾ। ਸੋ ਨੈਕਸਟ ਹੈਗਾ ਡੈਵੋਰਿਕ ਕੀਬੋਰਡ। ਡੈਵੋਰਿਕ ਵੀ ਇੱਕ ਕੀਬੋਰਡ ਹੀ ਹੈ ਜਿਹੜਾ ਲਗਭਗ 1930 ਦੇ ਵਿੱਚ ਆਇਆ ਸੀਗਾ ਇਹ, ਹਨਾ। ਟਾਈਪਿੰਗ ਸਪੀਡ ਨੂੰ ਵਧਾਉਣ ਦੇ ਲਈ, ਇਨਕਰੀਜ਼ ਦਾ
ਟਾਈਪਿੰਗ ਐਫੀਸ਼ੀਐਂਸੀ ਜਾਂ ਐਗਰੋਨੋਮਿਕਸ ਕੀ ਹੁੰਦਾ ਹੈ, ਉਹੀ ਵੀ ਆਪਾਂ ਜ਼ਿਆਦਾ ਲੰਬਾ ਸਮਾਂ ਆਪਾਂ ਕੰਮ ਕਰਦੇ ਹਾਂ ਵੀ ਐਫੀਸ਼ੀਐਂਸੀ ਹੋਵੇ, ਟਾਈਪਿੰਗ ਐਰਰ ਘੱਟ ਤੋਂ ਘੱਟ ਆਵੇ। ਤਾਂ ਡੈਬੋਰਿਕ ਦੇ ਵਿੱਚ ਕੀ ਹੁੰਦਾ, ਪੰਕਚੁਏਸ਼ਨ ਮਾਰਕ ਤੇ ਜਿਹੜੇ ਵੋਵਲ ਨੇ ਉਹ ਇੱਕ ਸਾਈਡ ਹੁੰਦੇ ਨੇ, ਦੂਜੀ ਸਾਈਡ ਉਹ ਕਹਿੰਦਾ ਵੀ ਕੌਨਸੋਨੈਂਟ ਰੱਖੇ ਜਾਂਦੇ ਨੇ, ਹਨਾ। ਇਹ ਡੈਬੋਰਿਕ ਕੀਬੋਰਡ ਆਪਾਂ ਨੂੰ ਤਾਂ ਵੈਸੇ ਹੀ ਉਹਨੇ ਪੁੱਛ ਲਿਆ ਸੀ ਵੀ ਡੈਬੋਰਿਕ ਕਾਹਦੇ ਨਾਲ ਡੀਲ ਕਰਦਾ। ਅਗਲਾ ਸਵਾਲ, ਪੀਡੀਏ ਕੀਬੋਰਡ। ਪੀਡੀਏ ਸਾਨੂੰ ਪਤਾ ਹੈ, ਪੀਡੀਏ ਇੱਕ ਪਰਸਨਲ ਡਿਜੀਟਲ ਅਸਿਸਟੈਂਟ ਹੁੰਦਾ ਹੈ। ਇਹ ਇਨਪੁਟ ਤੇ ਆਊਟਪੁੱਟ ਡਿਵਾਈਸ ਹੁੰਦਾ, ਦੋਨੋਂ ਤਰ੍ਹਾਂ ਹੀ ਐਕਟ ਕਰਦਾ। ਇਹਦੇ ਨਾਲ ਜੇਕਰ ਆਪਾਂ ਕੋਈ ਕੀਬੋਰਡ ਲਾ ਦਿੰਦੇ ਆ ਤਾਂ ਉਹਨੂੰ ਕੀ ਬੋਲਾਂਗੇ, ਪੀਡੀਏ ਕੀਬੋਰਡ। ਨੈਕਸਟ ਹੋ ਗਿਆ ਫਲੈਕਸੀਬਲ, ਜਿਹੜਾ ਮੋੜ ਕੇ ਆਪਾਂ ਡੱਬਿਆਂ 'ਚ ਪਾ ਲਈਏ ਉਹ ਫਲੈਕਸੀਬਲ ਕੀਬੋਰਡ। ਐਗਰੋਨੋਮਿਕ ਕੀਬੋਰਡ, ਇਹ ਵੀ ਆਪਾਂ ਯਾਦ ਰੱਖਣਾ ਹੈ। ਇਹ ਸਪੈਸੀਫਿਕਲੀ ਕਿਸੇ ਵੀ ਸ਼ੇਪ ਦੇ ਵਿੱਚ ਬਣਾਇਆ ਜਾਂਦਾ ਹੈ ਮਸਕੂਲਰ ਪੇਨ ਨੂੰ ਘਟਾਉਣ ਦੇ ਲਈ। ਸਟ੍ਰੈਸ ਜਾਂ ਸਟ੍ਰੇਨ ਵਗੈਰਾ ਪੈਂਦੀ ਹੈ ਜੇ ਆਪਾਂ ਲੰਬਾ ਸਮਾਂ ਟਾਈਪਿੰਗ ਕਰਦੇ ਹਾਂ ਨਾ, ਉਸ ਚੀਜ਼ ਦੇ ਲਈ ਇਹ ਜ਼ਿਆਦਾਤਰ ਕੀਬੋਰਡ ਹੈ ਜਿਹੜਾ ਬਣਾਇਆ ਜਾਂਦਾ। ਕਲੀਅਰ ਹੋ ਗਈ ਗੱਲ। ਸੋ ਅਗਲਾ ਵਰਚੁਅਲ ਕੀਬੋਰਡ, ਜਿਹੜਾ ਕੰਪਿਊਟਰ ਤੋਂ ਹੀ ਨਿਕਲਿਆ ਹੁੰਦਾ ਹੈ। ਗੇਮਿੰਗ, ਜਿਹੜਾ ਸਪੈਸੀਫਿਕਲੀ ਗੇਮਿੰਗ ਵਾਲੇ ਫੰਕਸ਼ਨ ਲੱਗੇ ਹੁੰਦੇ ਨੇ। ਮਲਟੀਮੀਡੀਆ ਤੇ ਇੰਟਰਨੈਟ, ਜਿਹੜਾ ਕਿਸੇ ਸਪੈਸੀਫਿਕ ਜਿਵੇਂ ਮੰਨ ਲਓ ਇੰਸਟਾਗ੍ਰਾਮ ਯੂਜ਼ ਕਰਨ ਦੇ ਲਈ ਕੀਬੋਰਡ ਬਣਿਆ ਹੋਵੇ ਤਾਂ ਉਹ ਮਲਟੀਮੀਡੀਆ ਜਾਂ ਇੰਟਰਨੈਟ ਕੀਬੋਰਡ ਬਣਦਾ ਆਪਣੇ ਕੋਲ, ਠੀਕ ਹੈ। ਸੋ ਦੂਸਰਾ ਸਵਾਲ ਕਹਿੰਦਾ ਵਿਚ ਆਫ ਦੀ ਫੋਲੋਇੰਗ ਰੈਫਰਸ ਟੂ ਦੀ ਮੈਮਰੀ ਇਨ ਯੂਅਰ ਕੰਪਿਊਟਰ। ਤੁਹਾਡੇ ਕੰਪਿਊਟਰ ਦੇ ਵਿੱਚ ਹੇਠ ਲਿਖਿਆ ਜੋ ਕਿਹੜੀ ਮੈਮਰੀ ਹੈ। ਰੈਮ ਹੁੰਦਾ ਰੈਂਡਮ ਐਕਸੈਸ ਮੈਮਰੀ, ਇਹ ਤਾਂ ਮੈਮਰੀ ਹੈਗਾ ਹੀ ਆ, ਬਾਕੀ ਤੇ ਦੇਖ ਲੈਂਦੇ ਆ। ਯੂਐਸਬੀ ਦੀ ਐਬਰੀਵੇਸ਼ਨ ਪੁੱਛ ਸਕਦਾ, ਯੂਨੀਵਰਸਲ ਸੀਰੀਅਲ ਬੱਸ। ਲੈਨ ਹੁੰਦਾ ਨੈਟਵਰਕ, ਲੋਕਲ ਏਰੀਆ ਨੈਟਵਰਕ। ਸੀਪੀਯੂ ਆਪਾਂ ਨੂੰ ਪਤਾ ਹੀ ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ, ਹਨਾ। ਤੇ ਯੂਐਸਬੀ ਹੁੰਦਾ ਵੀ ਪੋਰਟ ਹੁੰਦਾ ਇੱਕ ਯੂਐਸਬੀ ਪੋਰਟ, ਜਿੱਥੇ ਆਪਾਂ ਪੈਨ ਡਰਾਈਵ ਵਗੈਰਾ ਲਾਉਣੇ, ਇਹ ਮੈਮਰੀ ਨਹੀਂ ਹੁੰਦੀ। ਸੀਪੀਯੂ ਦੇ ਨਾਲ ਲੱਗਦੀ ਇੱਕ ਐਬਰੀਵੇਸ਼ਨ ਹੋਰ ਦੇਖ ਲਓ, ਜੀਪੀਯੂ ਗ੍ਰਾਫਿਕ ਪ੍ਰੋਸੈਸਿੰਗ ਯੂਨਿਟ, ਟੀਪੀਯੂ ਹੁੰਦਾ ਟੈਂਸਰ ਪ੍ਰੋਸੈਸਿੰਗ ਯੂਨਿਟ, ਐਫਪੀਯੂ ਹੁੰਦਾ ਫਲੋਟਿੰਗ ਪੁਆਇੰਟ ਯੂਨਿਟ, ਹਨਾ। ਇਹਨਾਂ ਦੋਨਾਂ ਦੇ ਵਿੱਚ ਜਿਹੜੀਆਂ ਨੰਬਰ ਆਫ ਕੋਰਸ ਨੇ ਉਹ ਐਜ਼ ਕੰਪੇਅਰ ਟੂ ਸੀਪੀਯੂ ਹਾਈ ਹੁੰਦੀਆਂ ਨੇ। ਐਫਪੀਯੂ ਹੁੰਦਾ ਜਿਹੜਾ ਸਪੈਸੀਫਿਕਲੀ ਫਲੋਟਿੰਗ ਪੁਆਇੰਟ ਆਪਰੇਸ਼ਨ ਹੁੰਦੇ ਨੇ, ਪੁਆਇੰਟਾਂ ਵਾਲੇ ਬਟਿਆਂ ਵਾਲੇ, ਉਹਨਾਂ ਨੂੰ ਹੈਂਡਲ ਕਰਨ ਦੇ ਲਈ ਇੱਕ ਹਾਰਡਵੇਅਰ ਲੱਗਿਆ ਹੁੰਦਾ, ਉਹਨੂੰ ਆਪਾਂ ਕੀ ਬੋਲ ਦਿੰਦੇ ਆ, ਐਫਪੀਯੂ। ਸੋ ਇਹਦਾ ਆਨਸਰ ਆਪਣੇ ਕੋਲ ਇਹ ਹੈ, ਰੈਮ ਹੀ, ਓਨਲੀ ਰੈਮ ਹੀ ਮੈਮਰੀ ਹੈ। ਤੇ ਬਹੁਤ ਸਾਰੀਆਂ ਮੈਮਰੀ ਟਾਈਪ ਨੇ, ਵੀ ਤੁਸੀਂ ਯਾਦ ਕਰ ਲਓ, ਪੁੱਛਿਆ ਜਾ ਸਕਦਾ ਹੈ। ਇੰਟਰਨਲ ਮੈਮਰੀਜ਼ ਕਿਹੜੀਆਂ ਨੇ, ਐਕਸਟਰਨਲ ਕਿਹੜੀਆਂ ਨੇ। ਇੰਟਰਨਲ ਦੇ ਵਿੱਚ ਰਜਿਸਟਰ, ਕੈਸ਼ੇ, ਮੇਨ ਜਾਂ ਪ੍ਰਾਇਮਰੀ। ਮੇਨ ਪ੍ਰਾਇਮਰੀ ਦੇ ਵਿੱਚ ਦੋ ਆਉਂਦੀਆਂ ਨੇ, ਰੈਮ ਤੇ ਰੋਮ। ਰੈਮ ਫਰਦਰ ਦੋ ਟਾਈਪ ਦੀ ਹੈ, ਐਸ ਰੈਮ ਤੇ ਡੀ ਰੈਮ, ਜਾਨੀ ਕਿ ਸਟੈਟਿਕ ਰੈਮ ਤੇ ਡਾਇਨਾਮਿਕ ਰੈਮ। ਰੋਮ ਚਾਰ ਤਰ੍ਹਾਂ ਦੀ ਹੈ, ਐਮ ਰੋਮ, ਪੀ ਰੋਮ, ਈਪੀ ਰੋਮ ਤੇ ਈਈਪੀ ਰੋਮ। ਐਮ ਰੋਮ ਹੁੰਦਾ ਮਾਸਕਡ ਰੋਮ, ਪਹਿਲਾਂ ਰੋਮ ਹੁੰਦਾ ਰੀਡ ਓਨਲੀ ਮੈਮਰੀ, ਐਮ ਤੇ ਹੁੰਦਾ ਮਾਸਕਡ ਰੋਮ, ਪੀ ਤੇ ਪ੍ਰੋਗਰਾਮੇਬਲ ਰੋਮ, ਈਪੀ ਰੋਮ ਤੇ ਇਰੇਜ਼ੇਬਲ ਪ੍ਰੋਗਰਾਮੇਬਲ ਰੋਮ, ਹਨਾ। ਤੇ ਈਈਪੀ ਹੁੰਦਾ ਇਲੈਕਟ੍ਰੀਕਲੀ ਇਰੇਜ਼ੇਬਲ ਪ੍ਰੋਗਰਾਮੇਬਲ ਰੋਮ। ਐਕਸਟਰਨਲ ਕਿਹੜੀਆਂ ਨੇ, ਫਲੈਸ਼, ਮੈਗਨੈਟਿਕ ਡਿਸਕ, ਆਪਟੀਕਲ ਡਿਸਕ ਆਉਣਾ ਸੀ ਇੱਥੇ, ਤੇ ਮੈਗਨੈਟਿਕ ਟੇਪ। ਇਹ ਸਾਰੀਆਂ ਮੈਮਰੀਜ਼ ਐਕਸਟਰਨਲ ਦੇ ਅੰਡਰ ਆਉਂਦੀਆਂ ਨੇ। ਇਹ ਹਾਇਰਾਰਕੀ ਵੀ ਆਪਾਂ ਜਿੱਥੇ ਆਪਾਂ ਚੈਪਟਰ ਵਾਈਜ਼ ਡਿਸਕਸ ਕਰ ਰਹੇ ਹਾਂ, ਉੱਥੇ ਆਪਾਂ ਹਾਇਰਾਰਕੀ ਬਹੁਤ ਡਿਟੇਲ ਦੇ ਵਿੱਚ ਕੀਤੀ ਹੋਈ ਹੈ, ਤਾਂ ਇਹਨੂੰ ਤੁਸੀਂ ਛੱਡ ਕੇ ਨਹੀਂ ਜਾਣਾ। ਸਭ ਤੋਂ ਟੌਪ ਤੇ ਹੁੰਦਾ ਰਜਿਸਟਰ, ਫਿਰ ਕੈਸ਼ੇ, ਰੈਮ, ਇਲੈਕਟ੍ਰੋਨਿਕ ਜਾਂ ਫਲੈਸ਼ ਮੈਮਰੀ, ਫਿਰ ਮੈਗਨੈਟਿਕ ਡਿਸਕ, ਆਪਟੀਕਲ ਡਿਸਕ ਤੇ ਮੈਗਨੈਟਿਕ ਟੇਪ। ਕਈ ਵਾਰੀ ਆਪਾਂ ਨੂੰ ਇਹ ਪੁੱਛ ਲੈਂਦਾ ਵੀ ਪੈਨ ਡਰਾਈਵ ਕਿਹੜੀ ਮੈਮਰੀ ਹੈ, ਤਾਂ ਪੈਨ ਡਰਾਈਵ ਆਪਣੇ ਕੋਲੇ ਕਿਹੜੀ ਇਲੈਕਟ੍ਰੋਨਿਕ ਜਾਂ ਫਲੈਸ਼ ਹੈ। ਇਹਦੇ ਵਿੱਚ ਐਸਐਸਡੀ ਵੀ ਆਉਂਦੀ ਹੈ, ਸੋਲਿਡ ਸਟੇਟ ਡਰਾਈਵ, ਇਹਦੀ ਐਬਰੀਵੇਸ਼ਨ ਪੁੱਛ ਸਕਦਾ ਹੈ। ਮੈਮਰੀ ਕਾਰਡ, ਐਸਡੀ ਕਾਰਡ ਤੇ ਪੈਨ ਡਰਾਈਵ। ਇਹ ਜ਼ਰੂਰ ਯਾਦ ਰੱਖਣਾ ਹੈ ਵੀ ਇਲੈਕਟ੍ਰੋਨਿਕ ਤੇ ਫਲੈਸ਼ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ, ਇਹ ਬਣੀਆਂ ਹੁੰਦੀਆਂ ਨੇ ਸਾਰੀਆਂ। ਮੈਗਨੈਟਿਕ ਡਿਸਕ ਦੇ ਵਿੱਚ ਫਲੋਪੀ ਡਿਸਕ, ਜਿਪ ਡਿਸਕ ਤੇ ਹਾਰਡ ਡਿਸਕ। ਫਲੋਪੀ ਦਾ ਮੈਕਸਿਮਮ ਸਾਈਜ਼ ਆਪਾਂ ਨੂੰ ਪਤਾ 1.44 MB ਹੁੰਦਾ, ਤੇ ਫਲੋਪੀ ਦੇ ਤਿੰਨ ਸਾਈਜ਼ ਹੁੰਦੇ ਨੇ, 3.5 ਇੰਚ, 5.25 ਇੰਚ ਤੇ 8 ਇੰਚ। ਤਿੰਨ ਸਾਈਜ਼ ਦਾ ਫਲੋਪੀ ਦੇ ਹੁੰਦੇ ਨੇ, ਠੀਕ ਹੈ। ਜਿਪ ਡਿਸਕ ਦਾ ਕੈਪੈਸਿਟੀ ਹੁੰਦੀ ਹੈ 250 MB ਤੋਂ ਲੈ ਕੇ 750 MB ਤੱਕ। ਕਲੀਅਰ। ਇਹ ਸਾਰੇ ਆਪਾਂ ਲੈਵਲ ਵਾਈਜ਼ ਦੇ ਵਿੱਚ ਵੈਸੇ ਮੈਂ ਕੀਤੇ ਹੋਏ ਨੇ ਕਵਰ, ਤੁਸੀਂ ਉੱਥੇ ਜਾ ਕੇ ਜ਼ਿਆਦਾ ਡਿਟੇਲ 'ਚ ਦੇਖ ਸਕਦੇ ਹੋ। ਆਪਟੀਕਲ ਡਿਸਕ ਦੇ ਵਿੱਚ CD, DVD, ਬਲੂ-ਰੇ। CD ਹੁੰਦਾ ਕੰਪੈਕਟ ਡਿਸਕ, DVD ਹੁੰਦਾ ਡਿਜੀਟਲ ਵੀਡੀਓ ਡਿਸਕ ਦਾ ਜਾਂ ਡਿਜੀਟਲ ਵਰਸਾਟਾਈਲ ਡਿਸਕ। CD ਦੀਆਂ ਤਿੰਨ ਟਾਈਪ ਹੁੰਦੀਆਂ ਨੇ, ਇੱਕ ਹੁੰਦਾ CD ROM, ਇੱਕ ਹੁੰਦਾ CDR ਤੇ ਇੱਕ ਹੁੰਦਾ CDRW। ਇਹ CD ਜਾਂ DVD ਸਾਰਿਆਂ ਦੀਆਂ ਹੀ, ਜਾਂ ਬਲੂ-ਰੇ ਕਹਿ ਦਈਏ ਆਪਾਂ, ਇਹਨਾਂ ਦੀਆਂ ਤਿੰਨ ਟਾਈਪ ਹੁੰਦੀਆਂ ਨੇ। ਜੇਕਰ CD ਅਸੀਂ ਮਾਰਕੀਟ ਤੋਂ ਲੈ ਕੇ ਆਉਂਦੇ ਹਾਂ ਗਾਣਿਆਂ ਵਾਲੀ ਬਣੀ ਬਣਾਈ, ਤਾਂ ਉਹ CD ਰੀਡ ਓਨਲੀ ਮੈਮਰੀ ਹੁੰਦੀ ਹੈ, CD ROM। ਮਿਟ ਗਿਆ ਹੈ ਨਾ, ਦੁਬਾਰੇ ਲਿਖ ਦੇਣਾ, CD ROM। CDR ਹੁੰਦੀ ਹੈ ਜਿਹੜੀ ਖਾਲੀ ਮਿਲ ਜੇ ਇੱਕ ਵਾਰੀ, ਰਿਕਾਰਡੇਬਲ। ਇੱਕ ਵਾਰੀ ਆਪਾਂ ਲਿਖ ਸਕਦੇ ਹਾਂ, ਰੀਡ ਜਿੰਨੇ ਵਾਰੀ ਮਰਜ਼ੀ ਕਰ ਲਓ। ਤਾਂ CDR ਨੂੰ ਹੀ ਵੋਮ ਵੀ ਕਿਹਾ ਜਾਂਦਾ। ਵੋਮ ਦਾ ਮਤਲਬ ਹੁੰਦਾ ਹੈ ਰਾਈਟ ਵੰਸ ਰੀਡ ਮੈਨੀ। ਇਹਦੀ ਐਬਰੀਵੇਸ਼ਨ ਬਹੁਤ ਵਾਰੀ ਪੁੱਛੀ ਆ ਉਹਨੇ,
ਰਾਈਟ ਵੰਸ ਕਹਿੰਦਾ ਇੱਕ ਵਾਰੀ ਲਿਖੋ, ਰੀਡ ਮੈਨੀ। ਤੇ ਇੱਕ ਵਰਮ ਹੁੰਦਾ ਵਾਇਰਸ ਦੇ ਵਿੱਚ, ਉਹਦੀ ਕੋਈ ਐਜ਼ ਸੱਚ ਕੋਈ ਵੀ ਐਬਰੀਵੇਸ਼ਨ ਨਹੀਂ ਹੁੰਦੀ, ਉਹ ਮਾਲਵੇਅਰ ਹੀ ਹੁੰਦਾ। ਵਾਇਰਸ ਤੇ ਵਰਮ ਜਿਹੜੇ ਦੋ ਅਨਵਾਂਟਡ ਪ੍ਰੋਗਰਾਮ ਹੁੰਦੇ ਨੇ ਕੰਪਿਊਟਰ ਦੇ ਵਿੱਚ ਆ ਕੇ ਨੁਕਸਾਨ ਕਰ ਦਿੰਦੇ ਨੇ। ਵਰਮ ਜਿਹੜਾ ਇੱਥੇ ਮਾਲਵੇਅਰ ਹੁੰਦਾ, ਇਹਦਾ ਮੇਨ ਪਰਪਸ ਹੁੰਦਾ ਰਿਸੋਰਸ ਨੂੰ ਈਟ ਕਰਨਾ, ਸਪੀਡ ਸਲੋ ਕਰ ਦਿੰਦਾ ਕੰਪਿਊਟਰ ਦੀ ਸਾਡੇ ਦੀ। ਕਲੀਅਰ ਹੋਈ ਗੱਲ। ਸੋ CDR ਨੂੰ ਹੀ ਵਰਮ ਬੋਲਦੇ ਆ, ਦੀ ਐਬਰੀਵੇਸ਼ਨ ਪੁੱਛ ਲੂਗਾ ਆਪਣੇ ਤੋਂ। CDR ਹੁੰਦਾ ਰੀਰਾਈਟੇਬਲ, ਇੱਕ ਵਾਰੀ ਲਿਖੋ, ਵਾਰੀ ਲਿਖੋ, ਲਿਖੋ ਢਾਲੋ, ਜਿਵੇਂ ਪੈਨ ਡਰਾਈਵ ਹੁੰਦੀ ਹੈ ਨਾ। ਸੋ ਆਪਟੀਕਲ ਦੇ ਵਿੱਚ ਬਲੂ ਰੇ ਦੀ ਕੈਪੈਸਿਟੀ ਮੈਕਸਿਮਮ 50 GB, DVD ਦੀ ਕੈਪੈਸਿਟੀ 4.7 GB ਤੇ CD ਦੀ ਕੈਪੈਸਿਟੀ ਮੈਕਸਿਮਮ 700 MB। ਸੋ ਪੁਰਾਣੇ ਬੱਚਿਆਂ ਨੇ ਸਾਰਾ ਇਹ ਮੈਂ ਕਰਾਇਆ ਹੋਇਆ, ਤੁਸੀਂ ਆਲਰੇਡੀ ਤੁਹਾਨੂੰ ਪਤਾ ਇਹਨਾਂ ਚੀਜ਼ਾਂ ਦਾ। ਜਿਹੜੇ ਬੰਦੇ ਨਵੇਂ ਜੁੜੇ ਨੇ ਤਾਂ ਰਿਵੀਜ਼ਨ ਵੀ ਹੋ ਜਾਂਦੀ ਹੈ, ਤਾਂ ਆਪਾਂ ਨੂੰ ਐ ਵੀ ਥੋੜਾ ਨਾਲ ਵੀ ਦੱਸ ਦਈਏ, ਹਨਾ। ਸੋ ਮੈਗਨੈਟਿਕ ਟੇਪ ਦੇ ਵਿੱਚ ਕੈਸਟ, VCR ਤੇ ਵੀਡੀਓ ਕੈਸਟ ਰਿਕਾਰਡਰ, ਤੇ ਸਕਰੀਨਸ਼ਾਟ ਲੈਣਾ ਲੈ ਲਓ। ਜਿਹੜੀਆਂ ਉੱਪਰ ਵਾਲੀਆਂ 3 ਮੈਮਰੀਜ਼ ਨੇ ਇਹ ਵੋਲਾਟਾਈਲ ਨੇ। ਦੇਖੋ ਪਟਵਾਰੀ ਦੇ ਪੇਪਰ ਦੇ ਵਿੱਚ ਵੀ ਕੁਐਸਚਨ ਆਇਆ ਸੀਗਾ ਵੀ ਜਦੋਂ ਪਾਵਰ ਸਵਿਚ ਆਫ ਕਰਦੇ ਆ ਨਾ, ਕੰਟੈਂਟ ਲਾਸ ਹੋ ਜਾਂਦੇ ਨੇ। ਰਜਿਸਟਰ, ਕੈਸ਼ੇ ਤੇ ਰੈਮ ਇਹ ਵੋਲਾਟਾਈਲ ਨੇ, ਬਾਕੀ ਦੀਆਂ ਜਿਹੜੀਆਂ ਨੇ ਨਾਨ ਵੋਲਾਟਾਈਲ ਨੇ, ਯਾਨੀ ਕਿ ਇਹ ਪਰਮਾਨੈਂਟ ਨੇ। ਉੱਪਰ ਵਾਲੀਆਂ ਕਿਹੜੀਆਂ ਨੇ, ਟੈਂਪਰੇਰੀ ਨੇ। ਪਹਿਲੀਆਂ ਸਾਰੀਆਂ ਡਾਇਰੈਕਟ ਐਕਸੈਸ ਨੇ, ਐਕਸੈਪਟ ਲਾਸਟ ਵਾਲੀ ਸੀਕੁਐਂਸ਼ੀਅਲ ਐਕਸੈਸ ਹੈ, ਪਹਿਲੇ ਤੋਂ ਬਾਅਦ ਦੂਜਾ ਤੀਜਾ, ਜਿਵੇਂ ਆਪਾਂ ਗਾਣਾ ਸੁਣਦੇ ਆ। ਸਪੀਡ ਉੱਪਰ ਨੂੰ ਜ਼ਿਆਦਾ ਹੈ, ਸਪੀਡ ਥੱਲੇ ਨੂੰ ਘੱਟ ਆ। ਉੱਪਰ ਨੂੰ ਸਪੀਡ ਜ਼ਿਆਦਾ ਹੈ ਤੇ ਐਕਸੈਸ ਟਾਈਮ ਘੱਟ ਆ। ਇਹ ਮੈਂ ਬਹੁਤ ਵਾਰੀ ਦੱਸਿਆ ਵੀ ਜਿਵੇਂ ਇੱਥੋਂ ਚੰਡੀਗੜ੍ਹ ਜਾਣ ਦੇ ਲਈ ਜੇਕਰ ਮੈਂ 100 ਤੇ ਜਾਣਾ ਤਾਂ ਮੈਂ 1 ਘੰਟੇ 'ਚ ਵਗ ਜਾਣਾ, ਜੇ ਮੈਂ ਜਾਣਾ 140 ਤੇ ਤਾਂ ਮੈਂ ਕਹਿ ਲਓ ਵੀ 40 ਮਿੰਟਾਂ 'ਚ ਵਗ ਜਾਣਾ। ਤਾਂ ਜਦੋਂ ਮੇਰੀ ਸਪੀਡ ਵੱਧਦੀ ਹੈ ਤਾਂ ਟਾਈਮ ਮੇਰਾ ਘੱਟ ਜਾਂਦਾ। ਜਦੋਂ ਮੈਂ ਜਾਣਾ 80 ਤੇ 60 ਤੇ ਫਿਰ ਮੈਨੂੰ 2 ਘੰਟੇ ਲੱਗ ਜਾਂਦੇ ਨੇ, ਹਨਾ। ਤਾਂ ਸਪੀਡ ਘਟ ਰਹੀ ਹੈ, ਟਾਈਮ ਜ਼ਿਆਦਾ ਲੱਗ ਰਿਹਾ। ਉਵੇਂ ਹੀ ਜੇ ਹਾਈ ਸਪੀਡ ਹੈ ਤਾਂ ਐਕਸੈਸ ਟਾਈਮ ਘੱਟ ਆ, ਚੰਡੀਗੜ੍ਹ ਨੂੰ ਐਕਸੈਸ ਕਰਨ ਦਾ ਟਾਈਮ ਘੱਟ ਆ ਜਦੋਂ ਸਪੀਡ ਜ਼ਿਆਦਾ ਆ। ਤੇ ਜਦੋਂ ਹੀ ਸਪੀਡ ਲੋ ਹੈ ਤੇ ਟਾਈਮ ਬਹੁਤ ਜ਼ਿਆਦਾ ਲੱਗੂ, ਆਬਵੀਅਸ ਗੱਲ ਹੈ। ਤੇ ਕਾਸਟ ਦੀ ਆਪਾਂ ਗੱਲ ਕਰੀਏ, ਉੱਪਰ ਨੂੰ ਸਾਰੀਆਂ ਕਾਸਟਲੀ, ਨੀਚੇ ਨੂੰ ਚੱਲਦੇ ਜਾਵਾਂਗੇ ਤਾਂ ਚੀਪਰ, ਸਸਤੀਆਂ ਆਉਂਦੀਆਂ ਜਾਂਦੀਆਂ। ਸਾਈਜ਼ ਉੱਪਰ ਨੂੰ ਸਮਾਲ, ਨੀਚੇ ਨੂੰ ਲਾਰਜ। ਕਲੀਅਰ ਹੋਈ ਗੱਲ। ਇਹ ਸਭ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਸਵਾਲ ਜਿਹੜਾ ਹੈ ਇਹਦੇ 'ਚੋਂ ਬਣ ਹੀ ਜਾਂਦਾ ਪੱਕਾ। ਅਗਲਾ ਸਵਾਲ ਕਹਿੰਦਾ ਇਹ ਟਾਈਪ ਆਫ ਪ੍ਰੋਗਰਾਮ that is installed on your personal computer to collect information about user is called। ਉਹ ਵਾਲਾ ਪ੍ਰੋਗਰਾਮ ਜਿਹੜਾ ਤੁਹਾਡੇ ਕੰਪਿਊਟਰ ਦੇ ਵਿੱਚ ਇੰਸਟਾਲਡ ਹੁੰਦਾ, ਜਿਹੜਾ ਕਲੈਕਟ ਕਰਦਾ ਇਨਫੋਰਮੇਸ਼ਨ ਨੂੰ, ਯੂਜ਼ਰ ਦੀ ਇਨਫੋਰਮੇਸ਼ਨ, ਉਹਨੂੰ ਕੀ ਕਹਿੰਦੇ ਆ? ਕੀ ਉਹ ਹੈਕਰ ਹੁੰਦਾ? ਹੈਕਰ ਨਹੀਂ ਹੁੰਦਾ। ਹੈਕਰ ਤਾਂ ਬੰਦਾ ਹੈ। ਜੇ ਮੈਂ ਤੁਹਾਡੇ ਕੰਪਿਊਟਰ ਨੂੰ ਹੈਕ ਕਰਾਂ ਤਾਂ ਮੈਂ ਹੈਕਰ ਹੋਊਂਗਾ। ਸਪਾਈਵੇਅਰ, ਮਾਲਵੇਅਰ ਤੇ ਐਡਵੇਅਰ ਹੀ ਹੋ ਸਕਦਾ ਹੈ। ਮਾਲਵੇਅਰ ਇੱਕ ਮਲੀਸ਼ੀਅਸ ਸੌਫਟਵੇਅਰ ਹੁੰਦਾ ਜਿਹੜਾ ਕਿ ਅਨਵਾਂਟਡ ਹੁੰਦਾ, ਜਿਹੜਾ ਸਾਨੂੰ ਨਹੀਂ ਚਾਹੀਦਾ, ਸਾਡੇ ਕੰਪਿਊਟਰ ਦੇ ਵਿੱਚ ਆ ਕੇ ਇਵੇਂ ਦੀਆਂ ਸਾਰੀਆਂ ਐਕਟੀਵਿਟੀ ਕਰਦਾ। ਤਾਂ ਮਾਲਵੇਅਰ ਦੀਆਂ ਬਹੁਤ ਸਾਰੀਆਂ ਟਾਈਪ ਨੇ, ਜਿਵੇਂ ਵਾਇਰਸ ਹੋ ਗਿਆ, ਵਰਮ ਹੋ ਗਿਆ, ਟਰੋਜਨ ਹਾਰਸ ਹੋ ਗਿਆ, ਸਾਰੇ ਅਟੈਕ ਹੋ ਗਏ, ਕਾਹਦੇ ਵਿੱਚ ਆਉਂਦੇ ਨੇ? ਮਾਲਵੇਅਰ ਦੇ ਵਿੱਚ। ਤਾਂ ਮਾਲਵੇਅਰ ਇੱਕ ਜਨਰਲ ਟਰਮ ਹੈ, ਸੋ ਇਹਦਾ ਮਾਲਵੇਅਰ ਆਨਸਰ ਨਹੀਂ ਹੋਊਗਾ। ਐਡਵੇਅਰ ਹੁੰਦਾ ਕਿਸੇ ਐਡਵਰਟੀਜ਼ਮੈਂਟ ਦੇ ਵਿੱਚ ਜੇ ਮਾਲਵੇਅਰ ਆ ਜੇ, ਮਲੀਸ਼ੀਅਸ ਸੌਫਟਵੇਅਰ ਆ ਜੇ, ਉਹਨੂੰ ਐਡਵੇਅਰ ਕਿਹਾ ਜਾਂਦਾ। ਤਾਂ ਆਨਸਰ ਇਹਦਾ ਹੈਗਾ ਸਪਾਈਵੇਅਰ। ਆਪਾਂ ਸਪਾਈਵੇਅਰ ਬਾਰੇ ਥੋੜਾ ਜਿਹਾ ਪੜ੍ਹ ਲੈਂਦੇ ਹਾਂ। ਸਪਾਈਵੇਅਰ ਕੀ ਹੁੰਦਾ? ਸਪਾਈਵੇਅਰ ਇਜ਼ ਅ ਟਾਈਪ ਆਫ ਮਲੀਸ਼ੀਅਸ ਸੌਫਟਵੇਅਰ। ਇਹ ਮਲੀਸ਼ੀਅਸ ਸੌਫਟਵੇਅਰ ਦੀ ਹੀ ਇੱਕ ਟਾਈਪ ਹੈ। ਤਾਂ ਕਰਕੇ ਜਿਹੜਾ ਪਿਛਲਾ ਆਨਸਰ ਹੈ ਇਹਦਾ ਮਾਲਵੇਅਰ ਨਹੀਂ ਆਪਾਂ ਲਾਵਾਂਗੇ, ਕਿਉਂਕਿ ਇਹ ਸਪੈਸੀਫਿਕ ਕਿਸੇ ਇੱਕ ਸਪੈਸੀਫਿਕ ਨਾਮ ਦੀ ਗੱਲ ਕਰ ਰਿਹਾ ਹੈ। ਠੀਕ ਹੈ। ਸੋ ਕਹਿੰਦਾ ਮਲੀਸ਼ੀਅਸ ਸੌਫਟਵੇਅਰ that is designed to gather information about ਕੰਪਿਊਟਰ, ਜਿਹੜਾ ਡਿਜ਼ਾਈਨ ਕੀਤਾ ਜਾਂਦਾ ਸਪੈਸੀਫਿਕਲੀ ਕੰਪਿਊਟਰ ਦੇ ਵਿੱਚੋਂ ਇਨਫੋਰਮੇਸ਼ਨ ਨੂੰ ਗੈਦਰ ਕਰਨ ਦੇ ਲਈ, ਕੰਪਿਊਟਰ ਯੂਜ਼ਰ ਔਰ ਆਰਗੇਨਾਈਜੇਸ਼ਨ ਵਿਦਆਊਟ देयर ਨੌਲੇਜ ਔਰ ਕੰਸੈਂਟ। ਜਿਹਦੇ ਵਿੱਚੋਂ ਇਨਫੋਰਮੇਸ਼ਨ ਚੋਰੀ ਕਰ ਰਿਹਾ ਹੁੰਦਾ ਉਹਨੂੰ ਕੋਈ ਕੰਸੈਂਟ ਨਹੀਂ ਲੈਂਦਾ, ਜਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਹੋਈ ਜਾਂਦਾ ਪਿੱਛੇ, ਹਨਾ। ਇਟ ਕੈਨ ਬੀ ਇੰਸਟਾਲਡ ਔਨ ਕੰਪਿਊਟਰ ਥਰੂ ਵੇਰੀਅਸ ਮੀਨਸ। ਬਥੇਰੇ ਤਰੀਕੇ ਨਾਲ ਇੰਸਟਾਲ ਕੀਤਾ ਜਾ ਸਕਦਾ। ਕੋਈ ਆਪਾਂ ਸੌਫਟਵੇਅਰ ਡਾਊਨਲੋਡ ਕੀਤਾ ਜਾਂ ਇੰਸਟਾਲ ਕੀਤਾ। ਦੂਸਰਾ, ਕੋਈ ਵੀ ਕਲਿੱਕਿੰਗ ਏ ਮਲੀਸ਼ੀਅਸ ਲਿੰਕ ਕਿਸੇ ਮੇਲ ਦੇ ਵਿੱਚ ਆ ਗਿਆ ਆਪਾਂ ਨੂੰ ਵੀ ਤੁਸੀਂ 5 ਲੱਖ ਜਿੱਤ ਚੁੱਕੇ ਹੋ, ਜਾਂ ਕੋਈ ਕਹਿੰਦਾ ਵੀ मैं हूँ प्रिया, मुझे बात करने के लिए आप इस लिंक पे क्लिक करें, मैं आपसे बात करने के लिए तड़फ रही हूँ, हना। तो ਉਹ ਸਾਰੇ ਲਿੰਕ ਹੁੰਦੇ ਨੇ ਜਿਹੜੇ ਇਨਫੈਕਟਡ ਈਮੇਲਸ ਹੁੰਦੀਆਂ ਨੇ, ਉਹਨਾਂ ਦੇ ਥਰੂ ਆਪਣੇ ਕੋਲੇ ਸਪਾਈਵੇਅਰ ਆ ਜਾਂਦਾ। ਵਾਂਸ ਇੰਸਟਾਲਡ, ਸਪਾਈਵੇਅਰ ਕੈਨ ਮੋਨੀਟਰ ਯੂਜ਼ਰ ਐਕਟੀਵਿਟੀ, ਯੂਜ਼ਰ ਦੀਆਂ ਐਕਟੀਵਿਟੀ ਨੂੰ ਮੋਨੀਟਰ ਕਰਦਾ। ਰਿਕਾਰਡ ਕੀ ਸਟ੍ਰੋਕ ਹੁੰਦਾ ਵੀ ਅਸੀਂ ਕੁਝ ਵੀ ਦੱਬਦੇ ਆ ਤਾਂ ਹੀ ਆਪਾਂ ਕਹਿੰਦੇ ਆ ਵੀ ਕੈਫੇ ਤੇ ਜਾਂਦੇ ਆ ਵਰਚੁਅਲ ਕੀਬੋਰਡ ਵਰਤਣਾ ਚਾਹੀਦਾ, ਇਹ ਨਹੀਂ ਵਰਤਣਾ ਚਾਹੀਦਾ। ਕੈਪਚਰ, ਸਕਰੀਨਸ਼ਾਟ ਲੈ ਸਕਦਾ ਐਂਡ ਕਲੈਕਟ ਅਦਰ ਸੈਂਸਿਟਿਵ ਇਨਫੋਰਮੇਸ਼ਨ। ਠੀਕ ਹੈ। ਸੋ ਇਸ ਨੂੰ ਐਂਟੀਵਾਇਰਸ ਜਾਂ ਸਪਾਈਵੇਅਰ, ਐਂਟੀਵਾਇਰਸ ਜਾਂ ਐਂਟੀ ਸਪਾਈਵੇਅਰ ਦੀ ਹੈਲਪ ਦੇ ਨਾਲ ਡਿਟੈਕਟ ਕੀਤਾ ਜਾ ਸਕਦਾ। ਸੋ ਅਗਲਾ ਐਂਟੀ ਸਪਾਈਵੇਅਰ ਹੈ। ਐਂਟੀ ਸਪਾਈਵੇਅਰ ਸੌਫਟਵੇਅਰ ਇਜ਼ ਅ ਟਾਈਪ ਆਫ program designed to prevent and detect unwanted spyware program
ਇੰਸਟਾਲੇਸ਼ਨ ਐਂਡ ਟੂ ਰਿਮੂਵ ਦੋਜ਼ ਪ੍ਰੋਗਰਾਮ ਇਫ ਇੰਸਟਾਲਡ। ਤਾਂ ਉਹਨਾਂ ਨੂੰ ਇਹ ਲੱਭਦਾ ਤੇ ਉਹਨਾਂ ਨੂੰ ਡਿਲੀਟ ਕਰ ਦਿੰਦਾ, ਰਿਮੂਵ ਕਰ ਦਿੰਦਾ ਐਂਟੀ ਸਪਾਈਵੇਅਰ। ਤਾਂ ਆਪਾਂ ਨੂੰ ਪੁੱਛਿਆ ਸੀ ਜਿਹੜਾ ਕਲੈਕਟ ਕਰਦਾ, ਤਾਂ ਆਨਸਰ ਫਿਰ ਸੀ ਹੋ ਜਾਊਗਾ। ਕਲੀਅਰ। ਸੋ ਆਈਐਸਪੀ ਕੀ ਹੁੰਦਾ? ਇੰਟਰਨੈਟ ਸਰਵਿਸ ਪ੍ਰੋਵਾਈਡਰ। ਜਿਵੇਂ BSNL ਹੋ ਗਿਆ, BSNL ਦੇ ਬਹੁਤ ਸਾਰੇ ਆਈਐਸਪੀ ਨੇ ਜਿਹੜੇ ਸਰਵਿਸ ਪ੍ਰੋਵਾਈਡ ਕਰਦੇ ਨੇ, ਜਿਵੇਂ ਬਾਕੀ ਜੀਓ ਦੇ ਹੋ ਗਏ ਹਨਾ, ਏਅਰਟੈਲ ਦੇ ਹੋ ਗਏ, ਇਹਨਾਂ ਨੂੰ ਕੀ ਬੋਲਦੇ ਆ? ਇੰਟਰਨੈਟ ਸਰਵਿਸ ਪ੍ਰੋਵਾਈਡਰ। ਕਲੀਅਰ ਹੋਈ ਗੱਲ। ਅਗਲਾ ਸਵਾਲ ਬਹੁਤ ਵਧੀਆ ਸਵਾਲ ਹੈ, ਇਹਦੇ ਨਾਲ ਦਾ ਸਵਾਲ ਸੀ ਜਿਹੜਾ ਪਟਵਾਰੀ ਦੇ ਪੇਪਰ ਦੇ ਵਿੱਚ ਵੀ ਲਗਭਗ ਨੇੜੇ ਤੇੜੇ ਦਾ ਆਇਆ ਸੀ। ਡੈਸ਼ ਇਜ਼ ਕਲੈਕਸ਼ਨ ਆਫ ਵੈਬ ਪੇजेस। ਕਹਿੰਦਾ ਕਿਹੜਾ ਕਲੈਕਸ਼ਨ ਆਫ ਵੈਬ ਪੇਜ ਹੁੰਦਾ? ਕਿ ਹੋਮ ਪੇਜ ਹੁੰਦਾ? ਨਹੀਂ ਹੁੰਦਾ। ਵੈਬਸਾਈਟ ਹੁੰਦੀ ਹੈ, ਵੈਬ ਪੇਜ ਹੁੰਦਾ ਹੈ। ਵੈਬ ਪੇਜ ਦਾ ਕਲੈਕਸ਼ਨ ਆਫ ਵੈਬ ਪੇਜ ਹੋ ਹੀ ਨਹੀਂ ਨਾ ਸਕਦਾ, ਤਾਂ ਆ ਵੀ ਐਲੀਮੀਨੇਟ ਹੋ ਗਿਆ। ਡਾਇਰੈਕਟ ਆਨਸਰ ਤਾਂ ਬਣਦਾ ਵੀ। ਪਰ ਅਗਲਾ ਵੀ ਪੜ੍ਹ ਲੈਂਦੇ ਆ। ਕਹਿੰਦਾ ਇੱਥੇ ਆਪਾਂ ਵੈਬਸਾਈਟ ਲਾ ਲੈਂਦੇ ਆ। ਵੈਬਸਾਈਟ ਇਜ਼ ਏ ਕਲੈਕਸ਼ਨ ਆਫ ਵੈਬ ਪੇजेस ਐਂਡ ਹੋਮ ਪੇਜ ਇਜ਼ ਦੀ ਵੈਰੀ ਫਸਟ ਪੇਜ ਦੈਟ ਵੀ ਸੀ ਔਨ ਓਪਨਿੰਗ ਏ ਵੈਬਸਾਈਟ। ਤਾਂ ਇਹ ਉਲਟਾ ਨਹੀਂ ਕਰ ਦੇਣਾ। ਕਈ ਵਾਰੀ ਆਪਾਂ ਨੂੰ ਲੱਗਦਾ ਵੀ ਇੱਥੇ ਹੋਮ ਆਉਂਦਾ ਹੈ, ਆਪਾਂ ਕੀ ਕਰਦੇ ਆ, ਇੱਥੋਂ ਦਾ ਆਨਸਰ ਇਹ ਲਾ ਲਾਂਗੇ, ਬਟ ਉੱਥੇ ਜਦੋਂ OMR ਤੇ ਲਾਵਾਂਗੇ ਉੱਥੇ ਫਿਰ ਆਪਾਂ ਇਹ ਲਾਇਆ ਹੋਣਾ। ਤਾਂ ਧਿਆਨ ਰੱਖਣਾ ਸਿਲੀ ਮਿਸਟੇਕ ਦੇ ਲਈ। ਸੋ ਇਹ ਵਾਲੀਆਂ ਕਲੈਕਸ਼ਨ ਆਫ ਵੈਬਸਾਈਟ ਹੁੰਦੀਆਂ ਨੇ, ਪਹਿਲੇ ਨੂੰ ਹੋਮ ਪੇਜ ਬੋਲਦੇ ਆ, ਤਾਂ ਆਨਸਰ B ਆ ਆਪਣੇ ਕੋਲੇ। ਅਗਲਾ ਸਵਾਲ, ਬੈਂਡਵਿਡਥ ਰੈਫਰਸ ਟੂ। ਕਹਿੰਦਾ ਬੈਂਡਵਿਡਥ ਕੀ ਹੁੰਦੀ ਹੈ? ਵੀ ਬਹੁਤ ਵਧੀਆ ਸਵਾਲ ਹੈ, ਥੋੜਾ ਜਿਹਾ ਲੈਵਲ ਅਪ ਹੈ ਇਹਦਾ। ਆਪਾਂ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੇ ਪੇਪਰ ਦੇ ਲਈ ਤਾਂ ਇਹ ਚੰਗੀ ਤਰ੍ਹਾਂ ਕਰਾਂਗੇ, ਆਪਾਂ ਗਰਦ ਕੱਢ ਦਾਂਗੇ ਇਹਨਾਂ ਚੀਜ਼ਾਂ ਦੇ ਲਈ, ਹਨਾ। ਤੁਸੀਂ ਜੁੜੇ ਰਹੋ ਚੈਨਲ ਤੇ, ਪਹਿਲੀ ਵਾਰੀ ਜੁੜੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਰੀਚ ਆਪਣੀ ਥੋੜੀ ਜਿਹੀ ਘੱਟ ਹੁੰਦੀ ਹੈ। ਫਿਰ ਮੈਨੂੰ ਬੱਚੇ ਕਮੈਂਟ ਕਰਦੇ ਆ ਬਾਅਦ ਚ ਵੀ ਸਾਨੂੰ ਤਾਂ ਜੀ ਪਤਾ ਨਹੀਂ ਲੱਗਿਆ, ਮੌਕੇ ਤੇ ਜਾ ਕੇ ਪਤਾ ਲੱਗਿਆ। ਤਾਂ ਇਹ ਮੇਰੀ ਰਿਕੁਐਸਟ ਹੈ ਕਿ ਤੁਸੀਂ ਸ਼ੇਅਰ ਕਰ ਦਿਆ ਕਰੋਗੇ। ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ, ਫ੍ਰੀ ਪੜਾਵਾਂਗੇ, ਕੋਈ ਪੈਸੇ ਚਾਰजेस ਨਹੀਂ ਲੈਂਦੇ, ਹਨਾ। ਬਸ ਇਹ ਵੀ ਸ਼ੇਅਰ ਕਰਦਿਆ ਕਰੋ ਜ਼ਿਆਦਾ ਤੋਂ ਜ਼ਿਆਦਾ, ਕਿਉਂਕਿ ਰੀਚ ਜ਼ਿਆਦਾ ਹੋਊਗੀ ਤਾਂ ਥੋੜਾ ਜਿਹਾ ਆਪਣਾ ਵੀ ਕੰਮ ਕਰਨ ਨੂੰ ਜ਼ਿਆਦਾ ਮਨ ਕਰਦਾ, ਬੰਦੇ ਨੂੰ ਥੋੜਾ ਮੋਟੀਵੇਸ਼ਨ ਹੋ ਜਾਂਦਾ ਵੀ ਬੰਦੇ ਜੁੜੇ ਆ ਇਹਦੇ ਨਾਲ, ਹਨਾ। ਸੋ bandwidth refers to the amount of data that can be transmitted through a communication channel, protocol limitation ਇਹ ਵੀ ਨਹੀਂ ਹੁੰਦਾ। the speed of communication device ਇਹ ਦੇਖਦੇ ਆ। ਟਰਾਂਸਮਿਸ਼ਨ ਮੀਡੀਅਮ ਇਹ ਵੀ ਨਹੀਂ ਹੁੰਦਾ। ਟਰਾਂਸਮਿਸ਼ਨ ਮੀਡੀਅਮ ਤਾਂ ਹੁੰਦਾ ਹੀ ਨਹੀਂ ਬੈਂਡਵਿਡਥ, ਹਨਾ। ਤੂੰ ਆਪਾਂ ਨੂੰ ਲੱਗ ਸਕਦਾ ਵੀ ਮੀਡੀਅਮ ਹੁੰਦਾ, ਤਾਂ ਮੈਂ ਤੁਹਾਨੂੰ ਦੱਸਦਾ ਵੀ ਸਪੋਜ਼ ਕਰੋ ਇਹ ਆਪਣੇ ਕੋਲੇ ਸੜਕ ਆ ਇੱਕ, ਹਨਾ। ਇਹ ਹੈਗੀ ਆ 20 ਫੁੱਟ ਚੌੜੀ, ਇੱਥੋਂ ਲੈ ਕੇ ਇੰਨੀ 20 ਫੁੱਟ ਚੌੜੀ, ਤੇ ਆਪਾਂ ਵਹੀਕਲ ਜਿਹੜਾ ਲੰਘਦਾ ਹੈ ਉਹ ਕਿੰਨੇ ਫੁੱਟ? 4 ਫੁੱਟ ਦੇ ਵਿੱਚ ਆਪਾਂ ਸਪੋਜ਼ ਕਰ ਲੈਣੇ ਆ, 4 ਫੁੱਟ ਦੇ ਵਿੱਚ ਇੱਕ ਵਹੀਕਲ ਲੰਘਦਾ ਹੈ। ਤਾਂ ਮੈਕਸਿਮਮ ਕਿੰਨੇ ਇਹਦੇ ਵਿੱਚੋਂ ਵਹੀਕਲ ਇਕੱਠੇ ਲੰਘ ਸਕਦੇ ਆ? ਇੱਕ ਕਾਰ ਇੱਥੋਂ ਟਪਾਤੀ, ਇੱਕ ਇੱਥੋਂ ਟਪਾਤੀ, ਇੱਕ ਇੱਥੋਂ ਟਪਾਤੀ, ਤੇ ਇੱਕ ਇੱਥੋਂ। ਤਾਂ ਟੋਟਲ 5 ਟੱਪ ਸਕਦੇ, ਇਹਨੂੰ ਆਪਾਂ 4 ਨੂੰ ਡਿਵਾਈਡ ਕਰਾਂਗੇ ਤਾਂ 5 ਫੁੱਟ। ਤਾਂ ਮੈਕਸਿਮਮ ਕੈਪੈਸਿਟੀ ਕਿਸੇ ਰੋਡ ਦੀ ਜਾਂ ਲਿੰਕ ਦੀ ਜਿੰਨੀ ਹੋਊਗੀ ਉਹਨੂੰ ਆਪਾਂ ਕੀ ਬੋਲ ਦਿੰਦੇ ਆ? ਬੈਂਡਵਿਡਥ ਬੋਲ ਦਿੰਦੇ ਆ। ਤਾਂ ਹੁਣ ਇਹ ਬੈਂਡਵਿਡਥ ਦੇ ਵਿੱਚੋਂ ਕਦੇ ਐਂ ਤਾਂ ਹੁੰਦਾ ਹੀ ਨਹੀਂਗਾ ਵੀ ਜੇ 20 ਫੁੱਟ ਚੌੜੀ ਸੜਕ ਹੈ, 5 ਵਹੀਕਲ ਜਾ ਸਕਦੇ ਨੇ, ਵੀ ਹਰ ਵੇਲੇ 5 ਦੀਆਂ ਲੈਣਾ ਹੀ ਵੱਜੀਆਂ ਜਾਂਦੀਆਂ, ਨਹੀਂ ਹੁੰਦਾ ਨਾ ਐਵੇਂ। ਤਾਂ ਮੈਕਸਿਮਮ ਕਦੇ 2 ਤਾਂ ਜਾ ਹੀ ਰਹੇ ਹੁੰਦੇ ਨੇ, 3 ਜਾ ਰਹੇ ਹੁੰਦੇ ਨੇ, 4। ਤਾਂ ਜੇ ਮੈਕਸਿਮਮ 4 ਹੀ ਜਾਂਦੇ ਨੇ ਤਾਂ 4 ਉਸ ਦੀ ਕੀ ਹੋ ਜਾਊਗੀ? ਥਰੂਪੁੱਟ ਹੋ ਜਾਊਗੀ। 5 ਉਹਦੀ ਬੈਂਡਵਿਡਥ ਹੋ ਜਾਊਗੀ। ਮੈਕਸਿਮਮ ਕੈਪੈਸਿਟੀ ਕੀ ਹੁੰਦੀ ਹੈ? ਬੈਂਡਵਿਡਥ। ਜਿੰਨੀ ਕਿਸੇ ਸਮੇਂ ਤੇ ਯੂਟੀਲਾਈਜ਼ ਹੋ ਰਹੀ ਹੈ ਉਹਦੀ ਕੀ ਹੋ ਜਾਊਗੀ? ਥਰੂਪੁੱਟ। ਡਾਇਗਰਾਮਾਂ ਦੇਖ ਲੈਂਦੇ ਆ। ਜਿਵੇਂ ਆ ਚੈਨਲ ਹੈ, ਚੈਨਲ ਦੀ ਜਿੰਨੀ ਮੈਕਸਿਮਮ ਕੈਪੈਸਿਟੀ ਹੈ ਉਹਨੂੰ ਤਾਂ ਬੈਂਡਵਿਡਥ ਬੋਲ ਦਾਂਗੇ। ਉਹ ਕਿਸੇ ਸਮੇਂ ਦੇ ਵਿੱਚ ਚੈਨਲ ਮੈਕਸਿਮਮ ਕਿੰਨਾ, ਜਿਵੇਂ ਆਹ ਪਾਣੀ ਟਪਾਉਣ ਵਾਲੀ ਪੈਪ ਹੈ, ਭਰੀ ਇੰਨੀ ਵਗ ਸਕਦੀ ਹੈ, ਬਟ ਵਗਦਾ ਪਾਣੀ ਇੰਨਾ ਕੀ ਹੈ, ਤੁਹਾਨੂੰ ਪਤਾ ਹੀ ਹੈ ਪੰਜਾਬ 'ਚ ਪਾਣੀ ਕਿੰਨਾ ਕੁ, ਹਨਾ। ਸੋ ਪਾਣੀ ਥੋੜਾ ਵਗਦਾ ਤਾਂ ਇੰਨੀ ਕੁ ਥਰੂਪੁੱਟ ਆ। ਤਾਂ ਬੈਂਡਵਿਡਥ ਨੂੰ ਆਪਾਂ ਦੇਖ ਸਕਦੇ ਆ, ਬੈਂਡਵਿਡਥ ਇਜ਼ ਦੀ ਡੇਟਾ ਟਰਾਂਸਫਰ ਕੈਪੈਸਿਟੀ ਆਫ ਨੈਟਵਰਕ ਇਨ ਬਿਟਸ ਪਰ ਸੈਕਿੰਡ। ਯੂਨਿਟ ਜ਼ਰੂਰ ਯਾਦ ਰੱਖਿਓ, ਬਿਟਸ ਪਰ ਸੈਕਿੰਡ ਹੁੰਦੇ ਨੇ। ਥਰੂਪੁੱਟ ਦੇ ਵੀ ਬਿਟਸ ਪਰ ਸੈਕਿੰਡ ਹੁੰਦੇ ਨੇ। ਥਰੂਪੁੱਟ ਇਜ਼ ਦੀ ਟਰਮ used how much data can be transmitted from source to destination within the given time frame। ਕਿਸੇ ਟਾਈਮ ਫਰੇਮ ਦੇ ਵਿੱਚ, ਜਿਵੇਂ ਆਪਾਂ ਕਹਿ ਲਈਏ 1 ਘੰਟੇ ਦੇ ਵਿੱਚ ਨੋਟ ਕਰੀਏ ਆਪਾਂ ਵੀ ਕਿੰਨੇ ਵਹੀਕਲ ਮੈਕਸਿਮਮ ਲੰਘੇ, ਤਾਂ ਉਹਦੀ ਕੀ ਹੋ ਜੂਗੀ? ਥਰੂਪੁੱਟ। ਤਾਂ ਸਿਸਟਮ ਨੂੰ ਆਪਾਂ ਜ਼ਿਆਦਾ ਵਧੀਆ ਤਾਂ ਹੀ ਵਰਤ ਸਕਦੇ ਹਾਂ ਵੀ ਜੇ ਉਹਦੀ ਆਪਾਂ ਥਰੂਪੁੱਟ ਜ਼ਿਆਦਾ ਵਧੀਆ ਬਣਾਈਏ। ਸੜਕ ਬਣਾ ਲਈ ਆਪਾਂ, ਟੋਲ ਪੇ ਕਰ ਰਹੇ ਹਾਂ, ਉਹਤੇ ਰਿਸੋਰਸ ਲੱਗੇ ਨੇ, ਜੇ ਜ਼ਿਆਦਾ ਨੰਬਰ ਆਫ ਵਹੀਕਲ ਲੰਘਣਗੇ ਤਾਂ ਹੀ ਥਰੂਪੁੱਟ ਜ਼ਿਆਦਾ, ਤਾਂ ਹੀ ਯੂਜ਼ੇਬਿਲਟੀ ਜ਼ਿਆਦਾ। ਬੈਂਡਵਿਡਥ ਆਪਾਂ ਬਹੁਤ ਜ਼ਿਆਦਾ ਬਣਾ ਕੇ ਰੱਖ ਲਈ, 100 ਫੁੱਟ ਸੜਕ ਬਣਾ ਕੇ ਰੱਖ ਲਈ, ਵਹੀਕਲ ਐਟ ਏ ਟਾਈਮ ਤੇ ਇੱਕ ਲੰਘਦਾ, ਤਾਂ ਥਰੂਪੁੱਟ ਵਧੀਆ ਨਹੀਂ ਹੈ। ਕੋਈ ਜ਼ਿਆਦਾ ਬੈਂਡਵਿਡਥ ਵਧਾ ਲੈਣੀ ਹੀ ਜ਼ਰੂਰੀ ਨਹੀਂ ਹੁੰਦਾ। ਹੁਣ ਆਪਾਂ 200 ਫੁੱਟ ਸੜਕ ਬਣਾ ਕੇ ਰੱਖ ਲਈ, ਉਹਦਾ ਕੀ ਫਾਇਦਾ? ਖਰਚਾ ਜ਼ਿਆਦਾ ਹੋ ਗਿਆ। ਕਿਸੇ ਸਮੇਂ ਤੇ ਕਿੰਨੀ ਯੂਜ਼ ਹੋ ਰਹੀ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਪੈਰਾਮੀਟਰ ਹੁੰਦਾ, ਹਨਾ। ਸੋ ਇੱਥੇ ਥਰੂਪੁੱਟ ਜ਼ਿਆਦਾ ਆ, ਇੱਥੇ ਕੋਈ ਕੇਲੇ ਕੁਲੇ ਸਿੱਟ ਗਿਆ ਕੋਈ, ਤੇ ਇੱਥੇ ਕਹਿ ਲਓ ਵੀ ਥਰੂਪੁੱਟ ਘੱਟ ਹੈਗੀ, ਹਨਾ। ਤਾਂ ਬੈਂਡਵਿਡਥ ਇੰਨੀ ਹੈ, ਥਰੂਪੁੱਟ ਇੰਨੀ ਹੈ। ਚਲੋ ਹੁਣ ਮੈਨੂੰ ਲੱਗਦਾ ਤੁਹਾਨੂੰ ਕਲੀਅਰ ਹੋ ਗਿਆ ਹੋਣਾ।
ਤਾਂ ਫਿਰ ਇਹਦਾ A ਆਨਸਰ ਹੈ ਦੀ ਅਮਾਉਂਟ ਆਫ ਡਾਟਾ that can be transmitted through a communication channel bits per second ਦੋਨਾਂ ਦੇ ਯੂਨਿਟ ਹੁੰਦੇ ਨੇ ਯਾਦ ਰੱਖਣਾ। ਅਗਲਾ ਸਵਾਲ ਇਹ ਐਗਜ਼ਾਮਪਲ ਆਫ ਪੈਰੀਫਰਲ ਇਕਵਿਪਮੈਂਟ ਪਹਿਲਾਂ ਤਾਂ ਯਾਦ ਰੱਖਣਾ ਵੀ ਪੈਰੀਫਰਲ ਦਾ ਮਤਲਬ ਹੁੰਦਾ ਹੈ ਇਨਪੁਟ ਆਊਟਪੁੱਟ ਆਊਟਪੁੱਟ ਡਿਵਾਈਸਿਸ ਆਲਸੋ ਨੋਨ ਐਜ਼ ਪੈਰੀਫਰਲ ਡਿਵਾਈਸਿਸ ਜਾਂ ਇਕਵਿਪਮੈਂਟ ਕਿਹੜਾ ਕਹਿੰਦਾ ਪੈਰੀਫਰਲ ਹੈ ALU ਤਾਂ ਹੁੰਦਾ ਹੀ ਨਹੀਂ CPU ਦਾ ਹਿੱਸਾ ਹੁੰਦਾ ਹੈ ਮਾਈਕਰੋ ਕੰਪਿਊਟਰ ਵੀ ਨਹੀਂ ਹੁੰਦਾ CPU ਵੀ ਨਹੀਂ ਹੁੰਦਾ। ਦੇਖੋ ਵੀ ਮਿੱਤਰੋ CPU ਦੇ ਤਿੰਨ ਕੰਪੋਨੈਂਟ ਹੁੰਦੇ ਨੇ ਕੰਟਰੋਲ ਯੂਨਿਟ ਇੱਕ ਹੁੰਦਾ ਅਰਥਮੈਟਿਕ ਲੌਜਿਕ ਯੂਨਿਟ ਤੇ ਇੱਕ ਹੁੰਦਾ ਮੈਮਰੀ ਯੂਨਿਟ ਦੇ ਦੋ ਪਾਰਟ ਹੋ ਸਕਦੇ ਨੇ ਰਜਿਸਟਰ ਤੇ ਕੈਸ਼ੇ ਇਹ ਵੀ ਸਵਾਲ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ ਇਹਨਾਂ ਦੇ ਵਿੱਚੋਂ ਕੋਈ ਤਿੰਨ ਦੇ ਸਕਦਾ ਕੰਟਰੋਲ ਯੂਨਿਟ ALU ਤੇ ਰਜਿਸਟਰ CU ALU ਤੇ ਕੈਸ਼ੇ CU ALU ਤੇ MU ਕੋਈ ਵੀ ਹੋ ਸਕਦਾ ਕਲੀਅਰ ਹੋਈ ਗੱਲ ਸੋ ਇਹਦਾ ਆਨਸਰ ਬਚਿਆ A ਕਿਉਂਕਿ ਪ੍ਰਿੰਟਰ ਹੀ ਇਕੱਲਾ ਪੈਰੀਫਰਲ ਡਿਵਾਈਸ ਹੈ। ਅਗਲਾ ਸਵਾਲ which of the following represents the fastest data transmission speed ਆਪਾਂ ਬਹੁਤ ਵਾਰੀ ਕੀਤਾ ਸਭ ਤੋਂ ਛੋਟਾ ਯੂਨਿਟ ਮੈਮਰੀ ਦਾ ਬਿਟ ਹੁੰਦਾ ਫਿਰ ਹੁੰਦਾ ਨਿਬਲ ਹੁੰਦਾ ਕੰਬੀਨੇਸ਼ਨ ਆਫ 4 ਬਿਟ ਫਿਰ ਹੁੰਦਾ ਬਾਈਟ ਫਿਰ ਹੁੰਦਾ ਕਿਲੋਬਾਈਟ ਫਿਰ ਮੈਗਾਬਾਈਟ ਫਿਰ ਗੀਗਾਬਾਈਟ ਫਿਰ ਟੈਰਾਬਾਈਟ ਤੇ ਉਸ ਤੋਂ ਬਾਅਦ ਪੈਜੀ ਆਪਾਂ ਕਰਦੇ ਹੁੰਦੇ ਆ ਪੈਟਾਬਾਈਟ ਐਗਜ਼ਾਬਾਈਟ ਜ਼ੈਟਾਬਾਈਟ ਤੇ ਯੋਟਾਬਾਈਟ ਇਹਨੂੰ ਯਾਦ ਰੱਖਣ ਦਾ ਤਰੀਕਾ ਹੁੰਦਾ ਪੈਜੀ PEZY ਇਹ ਆਪਾਂ ਨੂੰ ਯਾਦ ਹੈ ਸਾਰਿਆਂ ਤੋਂ ਛੋਟਾ ਹੁੰਦਾ ਬਿਟਸ ਪਰ ਸੈਕਿੰਡ ਛੋਟਾ ਹੈ ਇਹ ਪੁੱਛ ਕੀ ਰਿਹਾ ਫਾਸਟੈਸਟ ਪੁੱਛ ਰਿਹਾ ਸਾਰਿਆਂ ਤੋਂ ਵੱਡਾ ਪੁੱਛ ਰਿਹਾ ਗੀਗਾਬਿਟਸ ਕਿਲੋਬਿਟਸ ਮੈਗਾ ਕਿਲੋ ਤੇ ਮੈਗਾ ਦੇ ਨਾਲੋਂ ਤਾਂ ਫਿਰ ਗੀਗਾ ਹੀ ਵੱਡਾ ਹੈ ਨਾ ਤਾਂ ਆਨਸਰ ਹੋ ਗਿਆ B ਆਪਣਾ ਬੜੇ ਸੌਖੇ ਸਵਾਲ ਪੁੱਛਦਾ ਉਹ ਆ ਤਾਂ ਪਟਵਾਰੀ ਦੇ ਵਿੱਚ ਵੀ ਸੇਮ ਸਵਾਲ ਪੁੱਛਿਆ ਸੀ ਤੁਹਾਨੂੰ ਜੇ ਤੁਸੀਂ ਪੇਪਰ ਦਿੱਤਾ ਤਾਂ ਤੁਹਾਨੂੰ ਆਈਡੀਆ ਹੋ ਗਿਆ ਹੋਣਾ function in MS Excel must begin with the following sign ਕਿਹੜੇ ਸਾਈਨ ਨਾਲ ਬਿਗਿਨ ਹੁੰਦਾ ਇਕੁਅਲ ਟੂ ਦੇ ਨਾਲ ਤੇ ਰੇਂਜ ਕਿਹਦੇ ਨਾਲ ਡਿਫਾਈਨ ਹੁੰਦੀ ਹੈ ਕਾਲਮ ਦੇ ਨਾਲ ਇੱਕ ਸੀਗਾ ਜੇ ਕਰਸਰ ਇੱਥੇ ਬਲਿੰਕ ਕਰਦਾ ਜੇ ਆਪਾਂ ਡਿਲੀਟ ਕੀ ਦੱਬਾਂਗੇ ਕਿ ਉਹ ਰਾਈਟ ਤੋਂ ਡਿਲੀਟ ਕਰੂਗਾ ਬੈਕ ਸਪੇਸ ਕਿੱਧਰੋਂ ਕਰੂਗਾ ਮੈਨੂੰ ਕਮੈਂਟ ਕਰਕੇ ਦੱਸਿਓ ਡਿਲੀਟ ਕੀ ਹੈ ਜਿਹੜਾ ਇਹ ਸਵਾਲ ਪੁੱਛਿਆ ਗਿਆ ਡਿਲੀਟ ਰਾਈਟ ਤੋਂ ਡਿਲੀਟ ਕਰਦਾ ਕਿ ਲੈਫਟ ਤੋਂ ਸਿਮਿਲਰਲੀ ਬੈਕ ਸਪੇਸ ਹੈ ਰਾਈਟ ਤੋਂ ਡਿਲੀਟ ਕਰਦਾ ਕਿ ਲੈਫਟ ਤੋਂ ਕਲੀਅਰ ਹੋਈ ਗੱਲ ਸੀ ਆਨਸਰ। ਅਗਲਾ ਸਵਾਲ which key can be used to view slide show in MS PowerPoint ਕਹਿੰਦਾ MS PowerPoint ਦੇ ਵਿੱਚ ਕਿਹੜੀ ਚਾਬੀ ਸਲਾਈਡ ਸ਼ੋ ਨੂੰ ਸਟਾਰਟ ਕਰਨ ਲਈ ਵਰਤੀ ਜਾਂਦੀ can be used to view a slide show F5 F2 F7 F9 ਆਪਾਂ ਸਾਰੀਆਂ ਦੇਖ ਲੈਂਦੇ ਆ ਜੇ ਕਹਿੰਦਾ ਵੀ ਪ੍ਰੈਜੈਂਟੇਸ਼ਨ ਬਿਗਨਿੰਗ ਤੋਂ ਸਟਾਰਟ ਕਰਨੀ ਆ ਫਿਰ ਤਾਂ F5 ਹੈ ਕਈ ਵਾਰੀ ਆਪਾਂ ਕੰਮ ਕਰ ਰਹੇ ਆ ਹਨਾ PPT ਦੇ ਵਿੱਚ ਕੰਮ ਕਰ ਰਹੇ ਹਾਂ ਜਿਹੜੀ ਮੰਨ ਲਓ 10ਵੇਂ ਪੇਜ ਤੇ ਆਪਾਂ ਕੁਝ ਐਡੀਟਿੰਗ ਕੀਤੀ ਤੇ ਆਪਾਂ ਉੱਥੋਂ ਹੀ ਕਹਿ ਲਓ ਵੀ ਸਲਾਈਡ ਸ਼ੋ ਸਟਾਰਟ ਕਰਨਾ ਤਾਂ ਉਹਦੇ ਲਈ ਫਿਰ ਹੁੰਦਾ ਫਰੋਮ ਕਰੰਟ ਸਲਾਈਡ ਯਾਦ ਰੱਖਿਓ ਸ਼ਿਫਟ F5 ਤੇ ਇੱਕ ਹੁੰਦਾ ਪ੍ਰੈਜ਼ੈਂਟਰ ਵਿਊ ਹੁੰਦਾ ਆਲਟ F5 ਹੁੰਦਾ ਤੇ ਇਹ 2007 ਤੇ 2010 ਦੇ ਵਿੱਚ ਹੈ ਨਹੀਂ ਸੀ ਉਦੋਂ ਸਾਰਿਆਂ ਦੇ ਵਿੱਚ ਸੀਗਾ ਇਹ ਚਲੋ ਇਹ ਸਵਾਲ ਨਹੀਂ ਬਣਨਾ ਪ੍ਰੈਜ਼ੈਂਟਰ ਵਿਊ ਦੇ ਵਿੱਚ ਹੁੰਦਾ ਇਹ ਸਕਰੀਨ ਜਿਹੜੀ ਹੈ ਇਹ ਆਡੀਅנס ਨੂੰ ਦਿਖਦੀ ਹੁੰਦੀ ਹੈ ਸਪੋਜ਼ ਕਰੋ ਆਪਾਂ ਪ੍ਰੋਜੈਕਟਰ ਲਾਇਆ ਇਹ ਜਿਹੜੀ ਨੈਕਸਟ ਸਲਾਈਡ ਹੈ ਇਹ ਮੰਨ ਲਓ ਪਹਿਲੀ ਸਲਾਈਡ ਹੈ ਇਹ ਦੂਜੀ ਤੁਹਾਨੂੰ ਦਿਖੂਗੀ ਤੇ ਇੱਥੇ ਆਪਾਂ ਕੀ ਨੋਟ ਵੀ ਲਿਖ ਸਕਦੇ ਹਾਂ ਜਿਹੜੇ ਕਿ ਆਡੀਅנס ਨੂੰ ਨਹੀਂ ਦਿਖਦੇ ਤਾਂ ਇਹ ਪ੍ਰੈਜ਼ੈਂਟਰ ਵਿਊ ਹੁੰਦਾ ਜੇ ਆਪਾਂ ਕਰਨਾ ਸਟਾਰਟ ਬਿਗਨਿੰਗ ਤੋਂ ਤਾਂ F5 ਜੇ ਕਰਨਾ ਆਪਾਂ ਕਰੰਟ ਸਲਾਈਡ ਤਾਂ ਸ਼ਿਫਟ F5 ਤੇ ਜੇ ਕਰਨਾ ਪ੍ਰੈਜ਼ੈਂਟਰ ਵਿਊ ਫਿਰ ਹੈਗਾ ਆਲਟ F5 ਕਲੀਅਰ ਹੋਈ ਗੱਲ ਤਾਂ ਪਾਵਰ ਪੁਆਇੰਟ ਦੇ ਵਿੱਚ ਜੇ ਆਪਾਂ ਬਲੈਂਕਸ ਲੈ ਕੇ ਆਉਣੀ ਹੈ ਬਲੈਂਕ ਨਹੀਂ ਬਲੈਕ ਤਾਂ B ਦੱਬ ਦਾਂਗੇ ਦੇਖੋ ਬਲੈਕ ਆ ਗਿਆ B ਹੈ ਨਾ ਤੇ ਜੇ ਵਾਈਟ ਸਕਰੀਨ ਲੈ ਕੇ ਆਉਣੀ ਤਾਂ W ਦੱਬ ਦਾਂਗੇ ਜਾਂ ਡਾਟ ਵਾਈਟ ਦੇ ਲਈ ਕੋਮਾ ਜਾਂ W ਵੀ ਯਾਦ ਰੱਖਣਾ ਤੇ ਜੇ ਸਟਾਪ ਕਰਨਾ ਹੈ ਰੀਸਟਾਰਟ ਔਰ ਆਟੋਮੈਟਿਕ ਪ੍ਰੈਜੈਂਟੇਸ਼ਨ ਤਾਂ S ਦੱਬ ਦਾਂਗੇ ਜੇ ਐਂਡ ਕਰਨਾ ਪ੍ਰੈਜੈਂਟੇਸ਼ਨ ਨੂੰ ਤਾਂ S escape ਤਾਂ escape ਦੇ ਨਾਲ ਇੱਕ ਹੋਰ ਵੀ ਪੁੱਛਿਆ ਜਾਂਦਾ ਕਹਿੰਦਾ ਵਰਡ ਐਕਸਲ ਪਾਵਰ ਪੁਆਇੰਟ ਦੇ ਵਿੱਚ ਕੋਈ ਵੀ ਆਪਰੇਸ਼ਨ ਚੱਲ ਰਿਹਾ ਮੰਨ ਲਓ ਤੁਸੀਂ ਕਾਪੀ ਕਰਿਆ ਹੋਇਆ ਉਹ ਕਾਪੀ ਤੁਸੀਂ ਕਿਤੇ ਪੇਸਟ ਨਹੀਂ ਕਰਨਾ ਆਪਰੇਸ਼ਨ ਨੂੰ ਕੈਨਸਲ ਕਰਨਾ ਤਾਂ ਕੀ ਦੱਬਾਂਗੇ ਆਪਾਂ escape ਦੱਬਾਂਗੇ ਵੀ ਸਵਾਲ ਕਾਫੀ ਵਾਰੀ ਪੁੱਛਿਆ ਗਿਆ ਹਨਾ ਤਾਂ ਫਿਰ ਇਹਦਾ ਆਨਸਰ ਹੋ ਜਾਊਗਾ A। ਅਗਲਾ ਸਵਾਲ ਹੈ who among the following is known as father of fiber optics ਦੇਖੋ ਇਹ ਵੀ ਵਧੀਆ ਸਵਾਲ ਹੈ ਕਿਹਨੂੰ father of fiber optics ਕਿਹਾ ਜਾਂਦਾ ਹੈ ਨਰਿੰਦਰ ਸਿੰਘ ਕੈਪਨੇ ਆਨਸਰ ਹੈਗਾ B ਤਾਂ ਨਰਿੰਦਰ ਸਿੰਘ ਕੈਪਨੇ ਬਾਰੇ ਪੜ੍ਹ ਲੈਂਦੇ ਆਪਾਂ father of fiber optics ਕਿਹਾ ਜਾਂਦਾ ਹੈ ਇੰਡੀਅਨ ਅਮਰੀਕਨ ਫਿਜ਼ਿਸਿਸਟ ਸੀਗਾ ਇਹ ਨਾ ਵਾਜ਼ ਇਨਸਟਰੂਮੈਂਟਲ ਇਨ ਡਿਵੈਲਪਮੈਂਟ ਆਫ ਫਾਈਬਰ ਆਪਟਿਕਸ ਟੈਕਨੋਲੋਜੀ 1950-60 ਦੇ ਵਿੱਚ ਇਸ ਬੰਦੇ ਨੇ ਐਕਸਪੈਰੀਮੈਂਟ ਕੀਤਾ ਸੀ ਰਿਸਰਚ ਕੀਤੀ ਸੀ ਟਰਾਂਸਮਿਸ਼ਨ ਆਫ ਲਾਈਟ ਥਰੂ ਆਪਟੀਕਲ ਫਾਈਬਰ
2-4 ਗੱਲਾਂ ਮੈਂ ਫਾਈਬਰ ਆਪਟਿਕਸ ਦੇ ਨਾਲ ਲੱਗਦੀਆਂ ਤੁਹਾਨੂੰ ਦੱਸ ਦਿੰਨਾ। ਹਾਂ, ਇਹਦੇ ਤੇ ਬਾਅਦ ਚ ਆਉਣਾ। ਫਾਈਬਰ ਆਪਟਿਕਸ ਦੀਆਂ 1-2 ਗੱਲਾਂ ਦੱਸ ਦਿੰਨਾ। ਫਾਈਬਰ ਆਪਟਿਕਸ ਦੀ ਸਪੀਡ ਹੈ ਜਿਹੜੀ ਹਾਈਐਸਟ ਸਪੀਡ ਹੈ, ਹਾਈਐਸਟ ਸਪੀਡ ਹੈ। 2 ਕੇਬਲਾਂ ਹੋਰ ਨੇ ਆਪਣੇ ਕੋਲੇ, ਟਵਿਸਟਡ ਪੇਅਰ ਕੇਬਲ, ਟਵਿਸਟਡ ਪੇਅਰ ਤੇ ਕੋਐਕਸੀਅਲ। ਕੋਐਕਸੀਅਲ ਦੋਨਾਂ ਦੇ ਵਿੱਚ ਜਿਹੜਾ ਕੰਡਕਟਰ ਯੂਜ਼ ਕੀਤਾ ਜਾਂਦਾ ਉਹ ਹੁੰਦਾ ਕਾਪਰ, ਤੇ ਟਵਿਸਟਡ ਪੇਅਰ ਦੇ ਵਿੱਚ ਜਿਹੜਾ ਕਨੈਕਟਰ ਲੱਗਦਾ ਉਹ ਹੁੰਦਾ RJ45, ਬਹੁਤ ਇੰਪੋਰਟੈਂਟ ਹੈ, ਪੁੱਛਿਆ ਜਾਂਦਾ। ਕੋਐਕਸੀਅਲ ਦੇ ਵਿੱਚ BNC ਕਨੈਕਟਰ। ਕਲੀਅਰ। ਤੇ ਫਾਈਬਰ ਆਪਟਿਕਸ ਦੀ ਸਪੀਡ ਸਭ ਤੋਂ ਜ਼ਿਆਦਾ ਹਾਈ ਸਪੀਡ ਹੈ, ਤੇ ਇਹਦੇ ਵਿੱਚ ਡਾਟਾ ਹੈਗਾ ਜਿਹੜਾ ਉਹ ਲਾਈਟ ਦੀ ਫਾਰਮ ਦੇ ਵਿੱਚ ਟਰੈਵਲ ਹੁੰਦਾ ਹੈ, ਜਾਂ ਆਪਾਂ ਕਹਿ ਸਕਦੇ ਹਾਂ ਲੇਜ਼ਰ ਲਾਈਟ। ਕਲੀਅਰ। ਤੇ ਇਹ ਲਾਈਟ ਵੇਟ ਹੈ, ਤੇ ਇਹ ਬੈਂਡ ਕਰੇ ਤੋਂ ਟੁੱਟ ਜਾਂਦੀ ਹੈ, ਤੇ ਸਪੀਡ ਬਹੁਤ ਜ਼ਿਆਦਾ। ਇੰਨੀ ਗੱਲ ਯਾਦ ਰੱਖਣੀ ਹੈ ਕਿਉਂਕਿ ਇਹਦੇ ਤੇ ਸਵਾਲ ਪੁੱਛਿਆ ਜਾ ਸਕਦਾ ਹਨਾ। ਸੋ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। CPU ਦੀ ਸਪੀਡ ਹਰਟਸ ਦੇ ਵਿੱਚ ਮੈਜ਼ਰ ਕਰਦੇ ਆ। ਇਟ ਕੈਨ ਬੀ ਕਿਲੋ ਹਰਟਸ, ਗਿਗਾ ਹਰਟਸ, ਟੈਰਾ ਹਰਟਸ। ਅੱਜ ਕੱਲ ਜਿਹੜੇ ਆਪਣੇ ਲੈਪਟਾਪ ਵਗੈਰਾ ਨੇ ਇਹਨਾਂ ਦੀ 2.4 ਗਿਗਾ ਹਰਟਸ ਤੱਕ ਦੇ ਪ੍ਰੋਸੈਸਰ ਆਉਂਦੇ ਨੇ, ਇਹ ਤੋਂ ਜ਼ਿਆਦਾ ਵੀ ਆਉਂਦੇ ਨੇ ਪਰ ਨਾਰਮਲੀ ਇਹ ਚੱਲਦੇ ਨੇ। ਇੰਟਰਨੈਟ ਦੀ ਸਪੀਡ ਬਿਟਸ ਪਰ ਸੈਕਿੰਡ ਹੁੰਦੀ ਹੈ। ਪ੍ਰਿੰਟਰ ਦੀ ਸਪੀਡ ਆਪਾਂ ਨੂੰ ਪਤਾ, ਪ੍ਰਿੰਟਰ 3 ਤਰ੍ਹਾਂ ਦੇ ਹੁੰਦੇ ਨੇ, ਕਰੈਕਟਰ ਪ੍ਰਿੰਟਰ, ਲਾਈਨ ਪ੍ਰਿੰਟਰ ਤੇ ਪੇਜ। ਕਰੈਕਟਰ ਦੀ ਸਪੀਡ ਕਰੈਕਟਰ ਪਰ ਮਿੰਟ, ਲਾਈਨ ਪ੍ਰਿੰਟਰ ਦੀ ਸਪੀਡ ਲਾਈਨ ਪਰ ਮਿੰਟ, ਤੇ ਪੇਜ ਪ੍ਰਿੰਟਰ ਦੀ ਸਪੀਡ ਪੇਜ ਪਰ ਮਿੰਟ। ਸਿਮਿਲਰਲੀ ਸੁਪਰ ਕੰਪਿਊਟਰ ਦੀ ਸਪੀਡ ਫਲॉप्स, ਫਲॉप्स ਦੀ ਐਬਰੀਵੇਸ਼ਨ ਪੁੱਛ ਸਕਦਾ ਹੈ, ਫਲੋਟਿੰਗ ਪੁਆਇੰਟ ਆਪਰੇਸ਼ਨ ਪਰ ਸੈਕਿੰਡ। ਸਿਮਿਲਰਲੀ ਇਹਦੇ ਨਾਲ ਲੱਗਦੀ ਐਬਰੀਵੇਸ਼ਨ ਮਿਪਸ ਦੀ ਵੀ ਪੁੱਛ ਸਕਦਾ ਹੈ, ਮਿਲੀਅਨਸ ਆਫ ਇਨਸਟਰਕਸ਼ਨਸ ਪਰ ਸੈਕਿੰਡ। ਇੱਕ ਆਪਾਂ ਦੇਖ ਲੈਂਦੇ ਹਾਂ ਸਿਮ ਦੀ, ਕਈ ਵਾਰੀ ਪੁੱਛ ਲੈਂਦਾ ਹੈ, ਸਬਸਕ੍ਰਾਈਬਰ ਆਇਡੈਂਟੀਟੀ ਮੋਡਿਊਲ SMS ਦੀ ਪੁੱਛ ਲੈਂਦਾ ਹੈ, ਸ਼ਾਰਟ ਮੈਸੇजेस ਸਰਵਿਸਿਜ਼ IMEI ਨੰਬਰ ਦੀ ਪੁੱਛ ਲੈ ਤਾਂ ਇੰਟਰਨੈਸ਼ਨਲ ਮੋਬਾਈਲ ਇਕਵਿਪਮੈਂਟ ਆਇਡੈਂਟੀਟੀ, ਤੇ ਇਹਨੂੰ ਚੈੱਕ ਕਰਨ ਦੇ ਲਈ *#06#, ਇਹ ਵਾਲਾ ਨੰਬਰ ਦੇ ਨਾਲ ਤੁਸੀਂ ਆਪਣੇ IMEI ਨੰਬਰ ਚੈੱਕ ਕਰ ਸਕਦੇ ਹੋ। ਉਸ ਤੋਂ ਇਲਾਵਾ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਵੀ ਐਬਰੀਵੇਸ਼ਨਾਂ, ਤੁਸੀਂ ਐਬਰੀਵੇਸ਼ਨਾਂ ਦੇਖਣੀਆਂ ਚਾਹੁੰਦੇ ਹੋ ਹਨਾ, ਐਬਰੀਵੇਸ਼ਨਾਂ ਦੇ ਕੁਐਸਚਨ, ਤਾਂ ਉਹਦੀ ਮੈਂ ਐਬਰੀਵੇਸ਼ਨ ਮੈਰਾਥਨ ਕਰਾਈ ਹੋਈ ਹੈ, ਉਹਦਾ ਮੈਂ ਲਿੰਕ ਦੇ ਦੇਣਾ ਇਸ ਤੋਂ ਬਾਅਦ ਜਾ ਕੇ, ਤੇ ਤੁਸੀਂ ਉਸ ਲਿੰਕ ਤੇ ਕਲਿੱਕ ਕਰਕੇ ਸਾਰੀਆਂ ਐਬਰੀਵੇਸ਼ਨਾਂ ਦੇਖ ਸਕਦੇ ਹੋ। ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਮੈਨੂੰ ਲੱਗਦਾ ਕੁਐਸਚਨ ਸਾਰੇ ਪੂਰੇ ਹੋ ਗਏ ਐਕਸਾਈਜ਼ ਇੰਸਪੈਕਟਰ 2021 ਦੇ। ਤੇ ਇਸ ਤੋਂ ਬਾਅਦ ਵਾਲੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਇੱਕ 2018 ਦੇ ਵਿੱਚ ਵੀ ਪੇਪਰ ਹੋਇਆ ਸੀ, ਉਹਦੇ ਵੀ ਆਪਾਂ ਕੁਐਸਚਨ ਦੇਖਾਂਗੇ। ਠੀਕ ਹੈ, ਥੈਂਕ ਯੂ।